ਦੁਆਬਾ ਰੇਡੀਓ ਦੁਆਬਾ ਰੇਡੀਓ ਦੁਆਬਾ ਰੇਡੀਓ। जी दोस्तों, सारे दोस्तों का फिर तो एक बार निघा स्वागत है। तो प्रोग्राम तुसीं सुन रहे हो जिंदगीनामा हाले दुनिया। मैं तुहाडा दोस्त भुपिंदर भारत दुआबा रेडियो दा मंच। अगला चैप्टर इस दे विचों आपां खोलदे हां ईरान ते ईरानी। हमास दा बेटा हरपाल सिंह पन्नू हुणां जी दी कलम ते मैं तुहाडा दोस्त भुपिंदर भारत ते दुआबा रेडियो दा मंच। गलबात दा करदे हां आगाज़। अगे ये गलबात की कहंदी है। हमास दा बेटा। थोड़ा जिहा पिछोकड़ वाल नूं चलदे हां। इजराइल ਅਤੇ ਫਲਸਤੀਨ ਝਗੜੇ ਬਾਰੇ ਮੇਰੀ ਦਿਲਚਸਪੀ ਜਿਹੜੀ ਸੀ 5-6 ਸਾਲ ਪਹਿਲਾਂ ਬਣੀ। ਦਰਅਸਲ 1967 ਦੀ ਪ੍ਰਸਿੱਧ ਅਰਬ ਇਜ਼ਰਾਈਲ 6 ਰੋਜ਼ਾ ਜੰਗ ਤੋਂ ਅਗਲੇ ਵਰੇ 1968 ਦੇ ਵਿੱਚ ਮੈਂ ਪਿੰਡੋਂ ਪਟਿਆਲੇ ਪੜ੍ਹਨ ਦੇ ਲਈ ਆ ਗਿਆ ਤਾਂ ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਤੇ ਉਹਨਾਂ ਦੇ ਮਿੱਤਰ ਵੀਰ ਦਵਿੰਦਰ ਸਿੰਘ ਦੇ ਨਾਲ ਨੇੜਤਾ ਹੁੰਦੀ ਹੈ। ਉਹਨਾਂ ਦਿਨੀ ਜਿਹੜੇ ਸਨ ਫਲਸਤੀਨੀ ਗੋਰੀਲਾ ਆਗੂ ਯਾਸਰ ਅਰਾਫਾਤ ਨੂੰ ਮਹਾਨ ਇਨਕਲਾਬੀ ਨਾਇਕ ਮੰਨਦੇ ਸਨ। ਮਨੋਂ ਦੀ ਦੱਸੀ ਹੋਈ ਗੱਲ ਮੰਨ ਲਈ। ਉਸ ਤੋਂ 42 ਵਰ੍ਹੇ ਪਿੱਛੋਂ 2009 ਦੀ ਗੱਲ ਹੈ। ਸਿਆਲ ਦੇ ਦਿਨ ਸਨ। ਇਜ਼ਰਾਈਲੀ ਫੌਜਾਂ ਵੱਲੋਂ ਗਾਜ਼ਾ ਤੇ ਹੋਰ ਇਲਾਕਿਆਂ 'ਚ ਫਲਸਤੀਨੀਆਂ ਦਾ ਬੁਰਾ ਹਾਲ ਤੇ ਬੁਰੀ ਤਰ੍ਹਾਂ ਵਡਾਂਗਾ ਕੀਤਾ ਜਾ ਰਿਹਾ ਸੀ। ਚਾਰੇ ਪਾਸੇ ਅਮਰੀਕਨਾਂ ਤੇ ਪੱਛਮੀ ਤਾਕਤਾਂ ਦੀ ਸ਼ਹਿ ਦੇ ਉੱਤੇ ਇਜ਼ਰਾਈਲ ਦੇ ਜ਼ੁਲਮ ਦੀ ਚਰਚਾ ਹੋ ਰਹੀ ਸੀ। ਪਰ ਕੌਫੀ ਹਾਊਸ ਵਿੱਚ ਬੈਠੇ ਆਪਣੇ ਸਾਥੀਆਂ ਦੀ ਸੰਗਤ ਦੇ ਵਿੱਚ ਇਸ ਆਮ ਰਾਏ ਦੇ ਨਾਲ ਗੁਰਦਿਆਲ ਜਿਹੜਾ ਤਿਆਰ ਨਹੀਂ ਸੀ। ਹਾਲਾਂਕਿ ਫਲਸਤੀਨੀ ਨਾਗਰਿਕ ਅਨੇਕਾਂ ਮਾਰੇ ਗਏ ਜਦੋਂ ਕਿ ਇਜ਼ਰਾਈਲੀਆਂ ਦੀਆਂ ਮੌਤਾਂ ਚੰਦ ਕੁ ਹੋਈਆਂ। ਗੱਲ ਹੋ ਗਈ ਸੀ। ਫਿਰ 3-4 ਸਾਲਾਂ ਦੇ ਪਿੱਛੋਂ 2012 ਦੇ ਵਿੱਚ ਦੁਬਾਰਾ ਬੰਬਾਰੀ ਹੋਣ ਲੱਗ ਗਈ। ਉਸ ਸਮੇਂ ਇੰਨਾ ਕੋਈ ਜ਼ਰੂਰ ਹੋਇਆ ਕਿ ਮੈਂ ਇਜ਼ਰਾਈਲ ਦੀ ਮੋਢੀ ਆਗੂ ਗੋਲਡਾ ਮੀਰ ਦੀ ਜੀਵਨੀ ਪ੍ਰਾਪਤ ਕਰ ਲਈ ਸੀ। ਪਰ ਉਹਨਾਂ ਨੂੰ ਜਿਹੜਾ ਸੀ ਚੰਗੀ ਤਰ੍ਹਾਂ ਪੜ੍ਹਨ ਦੇ ਲਈ ਸਮਾਂ ਕੱਢਦਿਆਂ ਪੂਰਾ ਵਰ੍ਹਾ ਹੋਰ ਲੱਗ ਗਿਆ। ਕਿਤਾਬ ਚੰਗੀ ਲੱਗੀ। ਮੇਰਾ ਇਸ ਕਿਤਾਬ ਦੇ ਉੱਤੇ ਆਧਾਰਿਤ ਗੋਲਡਾ ਮੀਰ ਲੇਖ ਜਦੋਂ ਫਿਲਹਾਲ ਦੇ ਵਿੱਚ ਛਪਿਆ ਤਾਂ ਮਿੱਤਰਾਂ ਦੋਸਤਾਂ ਦਾ ਪ੍ਰਤੀਕਰਮ ਵਧਿਆ ਰਿਹਾ। ਵਧੀਆ ਜਿਹੜੀ ਫੀਡਬੈਕ ਆਈ ਤੇ ਵਧੀਆ ਪ੍ਰਤੀਕਰਮ ਮਿਲਿਆ। ਗੋਲਡਾ ਮੀਰ ਲੇਖ ਤੋਂ ਤੁਰੰਤ ਪਿੱਛੋਂ ਤੁਰਕਾਂ ਹੱਥੋਂ ਅਰਮੇਨੀਅਨ ਈਸਾਈਆਂ ਦੀ ਭਿਆਨਕ ਨਸਲਕੁਸ਼ੀ ਬਾਰੇ ਵਿਸਤਾਰ ਦੇ ਨਾਲ ਪੜ੍ਹਿਆ ਤੇ ਉਸ ਬਾਰੇ ਲੇਖ ਵੀ ਮੁਕੰਮਲ ਕਰ ਲਿਆ। ਜਿਸ ਸਮੇਂ ਮੈਂ ਗੋਲਡਾ ਮੀਰ ਲੇਖ ਪੂਰਾ ਕਰ ਰਿਹਾ ਸਾਂ, ਪਹਿਲੀ ਗੋਲੀਬੰਦੀ ਦੇ 1.5-2 ਵਰ੍ਹੇ ਪਿੱਛੋਂ ਜੁਲਾਈ ਦੀ ਕਿਸੇ ਤਾਰੀਖ ਨੂੰ ਗਾਜ਼ਾ ਪੱਟੀ 'ਚ ਹਮਾਸ ਦੇ ਸਮਰਥਕਾਂ ਉੱਪਰ ਇੱਕ ਵਾਰ ਮੁੜ ਇਜ਼ਰਾਈਲੀਆਂ ਨੇ ਅੰਨ੍ਹੇਵਾਹ ਬੰਬਾਰੀ ਕਰਨੀ ਸ਼ੁਰੂ ਕਰ ਦਿੱਤੀ। ਐਤਕੀ ਇਸ ਅੰਨੀ ਵਹਿਸ਼ਤ ਦੀ ਇਹ ਕਹਾਣੀ 1-2 ਨਹੀਂ ਬਲਕਿ 7 ਹਫ਼ਤਿਆਂ ਤੱਕ ਚੱਲਦੀ ਰਹੀ। ਚੁਫੇਰੇ ਇਜ਼ਰਾਈਲੀ ਧੱਕੇਸ਼ਾਹੀ ਦੀਆਂ ਨਿਖੇਧੀਆਂ ਹੁੰਦੀਆਂ ਰਹੀਆਂ। ਮੈਂ ਇਸ ਦੁਖਦਾਇਕ ਝਗੜੇ ਨੂੰ ਸਮਝਣ ਦੇ ਲਈ ਕੁਝ ਹੋਰ ਕਿਤਾਬਾਂ ਖਾਸ ਕਰਕੇ ਮਾਈਕ ਬੈਰੀ ਤੇ ਗ੍ਰੇਗ ਫਿਲੋ ਦੀ ਇਜ਼ਰਾਈਲ ਅਤੇ ਫਲਸਤੀਨ ਜਹਾਨ W. ਮੁਲਾਲ ਦੀ ਅਮਰੀਕਾ ਐਂਡ ਫਾਊਂਡਿੰਗ ਆਫ ਇਜ਼ਰਾਈਲ ਵਰਗੀਆਂ ਕਿਤਾਬਾਂ 'ਤੇ ਨਿਗਾਰ ਮਾਰੀ। ਮੇਰੀ ਪਰੇਸ਼ਾਨੀ ਹੋਰ ਵੱਧ ਗਈ। ਦੋਵਾਂ ਪੱਛਮੀ ਲੇਖਕਾਂ ਦੀਆਂ ਕਿਤਾਬਾਂ ਦੇ ਵਿੱਚ ਦੋਸ਼ੀ ਇਜ਼ਰਾਈਲ ਅਤੇ ਅਮਰੀਕਾ ਨੂੰ ਗਰਦਾਨਿਆ ਹੋਇਆ ਸੀ। ਕੁਝ ਹੋਰ ਕਿਤਾਬਾਂ ਤੇ ਇੰਟਰਨੈੱਟ ਦੇ ਉੱਤੇ ਮੱਥਾ ਮਾਰਿਆ। ਘਨੌਰ ਕਾਲਜ ਵਿੱਚ ਇਸੇ ਵਿਸ਼ੇ ਦੇ ਉੱਤੇ ਲੜਕਿਆਂ ਨੇ ਸੈਮੀਨਾਰ ਕਰਵਾਇਆ। ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ। ਇਸੇ ਭਾਲ ਦੇ ਵਿੱਚ ਅਖੀਰ ਮੇਰੇ ਹੱਥ ਸਨ ਆਫ ਹਮਾਸ ਨਾਂ ਦੀ ਕਿਤਾਬ ਲੱਗ ਗਈ। ਇਜ਼ਰਾਈਲ ਮੁੱਖ ਦੋਸ਼ੀ ਹੈ ਕਿ ਕੋਈ ਹੋਰ। ਇਸ ਦੇ ਪੜ੍ਹਨ ਤੋਂ ਇਹ ਤਾਂ ਪੂਰਾ ਪਤਾ ਨਹੀਂ ਲੱਗਦਾ ਪਰ ਹੋਰ ਬਥੇਰੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਹੈ। ਹਿੰਸਾ ਦਾ ਅੰਨਾ ਤਰਕ ਅਤੇ ਦਹਿਸ਼ਤਗਰਦ ਜਾਂ ਗੁਰੀਲੇ ਆਪਸ ਦੇ ਵਿੱਚ ਇੱਕ ਦੂਸਰੇ 'ਤੇ ਸ਼ੱਕ ਕਿਵੇਂ ਕਰਦੇ ਨੇ। ਉਹਨਾਂ ਦਾ ਲੜਨ ਵਾਲੀ ਧਿਰ ਜਾਂ ਪੁਲਿਸ ਕਿਸ ਕਿਸਮ ਦੇ ਹੱਥ ਕੰਡੇ ਵਰਤਦੀ ਹੈ। ਕੁਝ ਪਤਾ ਲੱਗਾ ਜਾਂ ਇੰਜ ਕਹੀਏ ਕਿ ਕਈ ਉਹਨਾਂ ਗੱਲਾਂ ਦੀ ਪੁਸ਼ਟੀ ਹੋ ਗਈ ਜਿਨ੍ਹਾਂ ਬਾਰੇ ਮੈਂ ਆਪ ਵੀ ਜਾਣਦਾ ਸਾਂ। ਮਨ ਦੇ ਵਿੱਚ ਇੱਛਾ ਪੈਦਾ ਹੋਈ ਹਮਾਸ ਦੇ ਪੁੱਤਰ ਦਾ ਦੁਖਾਂਤ ਆਪਣੇ ਲੋਕਾਂ ਦੇ ਨਾਲ ਸਾਂਝਾ ਤਾਂ ਕਰਾਂ। ਇਸੇ ਚਾਹਤ ਦਾ ਨਤੀਜਾ ਇਹ ਕਥਾ ਪੰਜਾਬੀ ਪਾਠਕਾਂ ਦੀ ਕਚਹਿਰੀ ਦੇ ਵਿੱਚ ਹਾਜ਼ਰ ਹੈ ਤੇ ਲਿਖ ਰਿਹਾ। ਹਥਲੀ ਕਥਾ ਦੀ ਗੱਲ ਉਹ ਕਰਦੇ ਨੇ ਹਰਪਾਲ ਸਿੰਘ ਪੰਨੂ ਜੀ। ਕਥਾ ਮੁਸਾਬ ਹਸਨ ਯੂਸਫ ਦੀ ਹੈ।
अरबी लफज हमास का मायना है मजबूत, थिर, ताकतवर, अडोल। फलिस्तीन दे विचों यहूदियां नूं सदा दे लई खदेड़न वास्ते 7 बंदियां ने मीटिंग सदी ते हमास नाम की जथेबंदी कायम की गई। इन्हां 7 मोढियां ये एजेंसी की गल आउंदी है। इन्हां 7 मोढियां दे विच इस कथा दे मुख पात्र मोसाब दा अब्बा शेख हसन यूसफ सी। हसन ते यूसफ क्योंकि सांझे खानदानी नाम ने, असी अब्बू नूं शेख ते उसदे जेठे पुत्तर नूं मोसाब लिखांगे। खाड़कू जथेबंदी हमास अज तक दहशतगर्दी दीयां कार्रवाइयां दे विच सरगर्म है। हमास दे विच अंदर खाते वापरदियां घटनावां दे कारण मोसाब इन्ना बदजन होया कि वह मासूम यहूदियों के कतलों के कारण इस जथेबंदी के खिलाफ तो होया ही, इस्लाम के खिलाफ भी हो गया। उसके मन दे विच आया जे मासूमां दे कतल करने वाजिब ने तो मैं मुसलमान नहीं हाँ, इस्लाम नहीं है। इस्लाम छड्ड के वो ईसाई हो गया। ये मुंडा बहादुर सी कि बुजदिल, मनुखता दा हमदर्द सी जां कि हमास दा गदार, ईमानदार सी कि दुश्मन दे हत्थां दे विच खेडदा मुखबर, भला सी कि बुरा। इस बारे फैसला पाठक आप कर सकते हैं। असी केवल उसकी कहानी लिख रहे हाँ। किताब के पहले पन्ने उपर वो अपने प्यारे अब्बू, अपने दुखी परिवार, फलस्तीन इजराइल संकट के शिकार लोगों ते बची मनुखता अगे समर्पण जिहड़ा है करदा है। रब दा शुक्र कहंदा है कि रब दा शुकराना करदा है जिहड़ा संकट दे विच मददगार होया ते होएगा। इस पिछों खेमा जाचना दे शब्द ने, मेरे परिवार दे मैंबरों, मैनूं तुहाडे ते फखर है। तुहाडे उपर मेरे सदका की वापरी खुदा जानदा है। शर्मिंदगी दा जो दाग मैं तुहाडे उपर लाया, तुहानूं इसदी शर्मिंदगी उपर उमर भर उठाउणी पैगी। ये दाग इस जन्म दे विच धुलेगा नहीं। मैं इस तरह का नायक बन सकदा सां कि मेरा परिवार ते मेरी कौम मेरे ते फखर करदी। मैनूं पता है कि कौम मेरे तो की चाहुंदी सी। मैं शहीद हो जांदा तां मेरियां वारां गाईयां जांदियां। इस दे उल्ट मैं अपनी कौम वास्ते गदार साबित होया। कदी मैं योधे पिता दा शहजादा सां, अज अजनबी परदेश दे विच इकल्लता दा नेरा ढो रिहां। जिस तरह के हीरो का चित्र तुहाडे मन दे विच बन गया, बस मैं ये दसना है कि वो ठीक नहीं है। मुसलमान ते यहूदी जदों उस तरह सोचन लगणगे जिवें मैं सोचदा, उदों अरब इजराइल संकट खत्म हो जाएगा। जे यसू मसीह नूं इस करके रद्द किया गया कि वह मनुखता नूं नरक विचों कड्ढण दा इच्छुक सी, तां ठीक है, मैनूं रद्द कर दिओ। पिछले समय दे विच मेरे उपर लगे दोष ते शर्मिंदगी कुछ भी नहीं जे मैं एक मासूम बंदे नूं बचाउण दे विच कामयाब होया। जो मैं कीता वधीक बंदियां नूं पसंद नहीं है, तां की हो गया। जो मैं कीता होशो हवास दे विच अपने कीता है। बची जिंदगी वास्ते यही मेरा कहता है कि ईंधन है। मनुखी खून की एक बूंद जाया नहीं होनी चाहिए है। तुहाडी जेब विचले पैसे दे नाल, मेरी जेब दे विचों टैक्स वजों निकले पैसे दे नाल जंगी खर्चे का भुगतान हो रहा है। कदे सोचिया आपां पे पैसा कित्थों आउंदा है? धड़ा धड़ मारदे भी सानू है, पैसा भी साडे तो ही लुटदे आ दोवें हत्थां 'च। कोई खरीदते आपां कुछ, बेचते हैं कुछ, नौकरियां करते हैं, सारा कुछ वो टैक्स के रूप च जाता है। तो सारा कुछ फिर चाहे वो नाटो ग्रुप बने है तो लोगों के उत्ते तो बोझ पै रहा ना वो चीज़ों का। तो लड़ाइयां का मुੱਲ ਇਹ ਤਾਂ कमा रहे हैं दोवें हत्थे, चाहे वो इजराइल होवे तो चाहे ईरान होवे, चाहे इजराइल होवे तो चाहे हमास होवे। पहलां इजराइल नूं सपोर्ट करते रहे हैं तो हुण हमास दे उत्ते मल्लम पट्टी करन दे लई उन्हां नूं जिहड़ा पैसा धेला देण लग गए हैं। तो इस तरह पहलां यूक्रेन दे विच सारा कुछ करते रहे तो हत्थ हुण दोवें पासे, चाहे वो आपां कह सकते हैं कि इस दुनिया तो बाहर की दुनिया की गल करते हैं जिथे संधियां सब दियां इकट्ठियां ने। जेकर उत्थे कोई बाहर कोई किसी होर प्लैनट के उत्ते कोई गलबात वापर जाती है, चंद के उत्ते कोई उन्हां दा जंतर खो जाता है तो रूस की मदद मंगते हैं, वो
ਲੱਭ ਕੇ ਲਿਆਉਂਦਾ ਉਹਨਾਂ ਦੇ ਲਈ, ਅਮਰੀਕਾ ਵਾਲਿਆਂ ਦੇ ਲਈ। 5 ਦਹਾਕਿਆਂ ਤੋਂ ਮੱਧ ਪੂਰਬ ਦੇ ਵਿੱਚ ਅਮਨ, ਕੂਟਨੀਤਿਕਤਾ ਪ੍ਰਧਾਨ ਮੰਤਰੀਆਂ ਤੇ ਰਾਸ਼ਟਰਪਤੀਆਂ ਦੇ ਵਿਚਕਾਰ ਪਵਿੱਤਰ ਪਿਆਲੇ ਦੀ ਤਰ੍ਹਾਂ ਹੈ, ਜਿਸ ਵਿੱਚੋਂ ਸਾਰੇ ਚੁਸਕੀਆਂ ਲੈ ਰਹੇ ਨੇ ਇੱਕ ਦੂਸਰੇ ਦੇ ਨਾਲ। ਨਵੇਂ ਚਿਹਰੇ ਐਲਾਨ ਕਰਦੇ ਨੇ, ਅਸੀਂ ਅਰਬ ਇਜ਼ਰਾਈਲ ਮਸਲਾ ਹੱਲ ਕਰਾਂਗੇ। ਹਰੇਕ ਟੀਮ ਭੂਤਕਾਲੀ ਟੀਮ ਵਾਂਗ ਬੁਰੀ ਤਰ੍ਹਾਂ ਫੇਲ ਹੁੰਦੀ ਹੈ। ਪੱਛਮ ਨੂੰ ਇਸ ਮਸਲੇ ਦਾ ਪਤਾ ਨਹੀਂ, ਨਾ ਪਤਾ ਕਰਨ ਦੇ ਵਿੱਚ ਦਿਲਚਸਪੀ ਹੈ। ਮੋਸਾਬ ਇਸ ਧਰਤੀ ਦਾ ਜੰਮਪਲ ਹੈ, ਖਤਰਨਾਕ ਖਾੜਕੂ ਪਿਓ ਦਾ ਪੁੱਤ ਜਿਸ ਨੇ ਕੰਗਾਲੀ ਦੇਖੀ, ਤਾਕਤ ਦੀ ਦੁਰਵਰਤੋਂ, ਮਸੀਹਾ ਕੇਂਦਰ ਅਤੇ ਕਤਲ ਦੇਖੇ, ਪਰਦੇ ਪਿੱਛੇ ਲੀਡਰਾਂ ਦੀਆਂ ਹਰਕਤਾਂ ਤੇ ਬਿਆਨ ਦੇਖੇ ਜਿਹੜੇ ਅੰਤਰਰਾਸ਼ਟਰੀ ਅਖਬਾਰਾਂ ਦੀਆਂ ਸੁਰਖੀਆਂ ਬਣਦੇ। ਮੋਸਾਬ ਸਾਰੀ ਉਲਝਣ ਨੂੰ ਜਾਣਦਾ ਹੈ ਤੇ ਅਜਿਹੇ ਫੈਸਲੇ ਲੈਂਦਾ ਹੈ ਜਿਨ੍ਹਾਂ ਸਦਕਾ ਉਹਨਾਂ ਵਾਸਤੇ ਗਦਾਰ ਹੋ ਗਿਆ, ਜਿਨ੍ਹਾਂ ਲੋਕਾਂ ਨੂੰ ਉਹ ਪਿਆਰ ਕਰਦਾ ਹੈ ਤੇ ਬਚਾਉਣ ਦਾ ਇੱਛੁਕ ਹੈ। ਉਸ ਦੇ ਕੋਲ ਦੋਸਤਾਂ, ਦੁਸ਼ਮਣਾਂ ਤੇ ਬੇਅੰਤ ਭੇਤ ਨੇ। ਹਮਾਸ ਦੇ ਭੇਤ, ਇਜ਼ਰਾਈਲ ਦੇ ਭੇਤ, ਸਭ ਕੁਝ ਹੈ। ਇਹ ਭੇਤ ਦੁਨੀਆ ਦੇ ਨਾਲ ਸਾਂਝੇ ਕਰਨ ਵਾਸਤੇ ਉਸਨੇ ਕਿਤਾਬ ਲਿਖੀ, ਇਸ ਆਸ ਦੇ ਨਾਲ ਕਿ ਜੋ ਅਸੰਭਵ ਲੱਗਦਾ ਹੈ ਉਹ ਸੰਭਵ ਹੋ ਸਕੇ, ਲੋਕਾਂ ਸਾਹਮਣੇ ਦੇ ਸਕਾਂ, ਉਹਨਾਂ ਦੀ ਝੋਲੀ ਪਾ ਸਕਾਂ। 1996 ਦੇ ਵਿੱਚ ਆਪਣੀ ਛੋਟੀ ਜਿਹੀ ਕਾਰ ਦੇ ਵਿੱਚ ਉਹ ਲਿੰਕ ਰੋਡ ਤੋਂ ਵੱਡੀ ਸੜਕ ਉੱਪਰ ਚੜ੍ਹਨ ਲੱਗਿਆ ਸੀ ਕਿ ਪੁਲਿਸ ਨੇ ਰੋਕਣ ਦਾ ਇਸ਼ਾਰਾ ਕਰ ਦਿੱਤਾ। ਯਰੂਸ਼ਲਮ ਵੱਲ ਜਾਂਦੀਆਂ ਸਾਰੀਆਂ ਸੜਕਾਂ ਉੱਪਰ ਯਹੂਦੀਆਂ ਨੇ ਨਾਕੇ ਲਾਏ ਹੋਏ ਸਨ। ਇੰਜਨ ਬੰਦ ਕਰਕੇ ਬਾਹਰ ਆ, ਯਹੂਦੀ ਸਿਪਾਹੀ ਟੁੱਟੀ ਫੁੱਟੀ ਅਰਬੀ ਦੇ ਵਿੱਚ ਚਲਾਇਆ, ਬੋਲਿਆ, ਚੀਕਿਆ। ਜਿਉਂ ਹੀ ਮੋਸਾਬ ਬਾਹਰ ਨਿਕਲਿਆ, ਝਾੜੀਆਂ ਪਿੱਛੇ ਛੁਪੇ 6 ਸਿਪਾਹੀ ਦੌੜੇ ਆਏ ਤੇ ਬੰਦੂਕ ਸਿਰ ਵੱਲ ਸੇਧੀਆਂ ਉਸਦੇ ਹੱਥ ਜਿਹੜੇ ਸੀ ਪਿੱਠ ਦੇ ਪਿੱਛੇ ਕਰਕੇ ਬੰਨ੍ਹ ਦਿੱਤੇ ਗਏ। ਫਿਰ ਜ਼ਮੀਨ ਦੇ ਉੱਤੇ ਸੁੱਟ ਕੇ ਠੁੱਡਿਆਂ, ਬੰਦੂਕਾਂ ਦੀਆਂ ਬੱਟਾਂ ਦੇ ਨਾਲ ਕੁਟਾਈ ਸ਼ੁਰੂ ਕਰ ਦਿੱਤੀ ਗਈ। ਪਲਾਸਟਿਕ ਦੀ ਰੱਸੀ ਦੇ ਨਾਲ ਘੁੱਟ ਕੇ ਬੰਨੇ ਹੱਥਾਂ ਦੇ ਵਿੱਚ ਵੀ ਦਰਦ ਹੋ ਰਿਹਾ ਸੀ। ਫਿਰ ਅੱਖਾਂ ਉੱਪਰ ਕੱਪੜਾ ਬੰਨ੍ਹ ਕੇ ਇੱਕ ਜੀਪ ਦੇ ਫਰਸ਼ ਉੱਪਰ ਸੁੱਟ ਦਿੱਤਾ ਗਿਆ। ਉਦੋਂ ਉਹ 18 ਸਾਲਾਂ ਦਾ ਸੀ ਤੇ 10ਵੀਂ ਦੇ ਵਿੱਚ ਪੜ੍ਹਦਾ ਸੀ। ਜਿੱਥੇ ਲਿਜਾਣਗੇ ਕੀ ਕਰਨਗੇ ਪਤਾ ਨਹੀਂ, ਕਿੱਥੇ ਲੈ ਕੇ ਚੱਲੇ ਨੇ। ਰਸਤੇ ਦੇ ਵਿੱਚ ਕੁੱਟਦੇ ਗਏ। ਕਿਸੇ ਥਾਂ ਪੁੱਜ ਕੇ ਅੱਖਾਂ ਤੋਂ ਕੱਪੜਾ ਉਤਾਰ ਦਿੱਤਾ ਤਾਂ ਦੇਖਿਆ ਇਹ ਯਹੂਦੀਆਂ ਦਾ ਵੈਸਟ ਬੈਂਕ ਉੱਪਰ ਫੌਜੀ ਕੇਂਦਰ ਸੀ। ਟੈਂਕ ਤੈਨਾਤ ਸਨ। ਵੱਡੀ ਬਿਲਡਿੰਗ ਅੰਦਰ ਪਹਿਲਾਂ ਡਾਕਟਰ ਨੇ ਮੁਆਇਨਾ ਕੀਤਾ। ਤਫਤੀਸ਼ ਦੇ ਦੌਰਾਨ ਤਸੀਹੇ ਝੱਲਣ ਦੇ ਕਾਬਲ ਹੈ ਕਿ ਨਹੀਂ ਹੈ। ਕਾਬਲ ਹੋਣ ਕਰਕੇ ਪਾਸ ਕਰ ਦਿੱਤਾ ਗਿਆ। ਹੱਥ ਫਿਰ ਪਿੱਛੇ ਬੰਨ੍ਹ ਦਿੱਤੇ ਗਏ, ਅੱਖਾਂ ਕੱਪੜੇ ਦੇ ਨਾਲ ਢੱਕ ਦਿੱਤੀਆਂ। ਸਿਪਾਹੀ ਨੇ ਜ਼ੋਰ ਦੀ ਪੁੜਪੜੀ ਉੱਪਰ ਰਫਲ ਦਾ ਬੱਟ ਮਾਰਿਆ। ਲੱਗਾ ਅੱਖ ਦਾ ਡੇਲਾ ਬਾਹਰ ਨਿਕਲ ਗਿਆ। ਬੇਰਹਿਮ ਤੋਂ ਬੇਰਹਿਮ ਦੀ ਜਿਹੜੀ ਆਸ ਕੌਣ ਕਰੇ ਇਸ ਤੋਂ। ਜਿਸਮਾਨੀ ਦਰਦ ਤਾਂ ਹੈ ਹੀ ਸੀ, ਮਾਨਸਿਕ ਦੁੱਖ ਵਧੇਕ ਸੀ। ਇਹਨਾਂ ਸਿਪਾਹੀਆਂ ਦਾ ਕੁਝ ਨਹੀਂ ਵਿਗੜਿਆ। ਫਿਰ ਇਹ ਇਉਂ ਕਿਉਂ ਕਰ ਰਹੇ ਨੇ? ਜਾਨਵਰ ਵੀ ਕਿਸੇ ਦੂਜੇ ਜਾਨਵਰ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਮਾਰਦੇ ਨੇ। ਬੰਦੇ ਅਕਾਰਨ ਕਿਉਂ ਬੰਦੇ ਨੂੰ ਮਾਰਦੇ ਨੇ? ਕੋਈ ਕਾਰਨ ਹੀ ਨਹੀਂ ਹੈ। ਪਿਤਾ ਪਹਿਲੋਂ ਹੀ ਇਜ਼ਰਾਈਲ ਦੀ ਜੇਲ੍ਹ ਦੇ ਵਿੱਚ ਬੰਦ ਹੈ। ਮਾਂ ਨੂੰ ਬੇਟੇ ਦੀ ਗ੍ਰਿਫਤਾਰੀ ਦਾ ਪਤਾ ਲੱਗ ਗਿਆ। ਉਸ 'ਤੇ ਕੀ ਬੀਤੇਗੀ? ਸਾਲਾਂ ਤੋਂ ਬੰਦੀ ਪਿਤਾ ਬਾਅਦ ਇਹੋ ਮੁੰਡਾ ਘਰ ਦੀਆਂ ਜ਼ਿੰਮੇਵਾਰੀਆਂ ਉਠਾਉਂਦਾ ਹੈ। 10ਵੀਂ ਦੇ ਇਮਤਿਹਾਨ ਨੇੜੇ ਨੇ, ਕੀ ਬਣੇਗਾ? ਰੋਣ ਲੱਗਾ। ਮੁੱਕੇ ਠੁੱਡੇ ਰੁਕੇ ਨਹੀਂ, ਬੇਹੋਸ਼ ਹੋ ਗਿਆ। ਸਭ ਸਹਾਰਦਾ। ਉਸਦਾ ਬਾਬਾ ਜਿਹੜਾ ਸੀ ਸ਼ੇਖ ਯੂਸਫ ਦਾਊਦ ਧਾਰਮਿਕ ਬੰਦਾ ਸੀ। ਅਲਜ਼ਾਨੀਆ ਪਿੰਡ ਦੀ ਮਸਜਿਦ ਦਾ ਇਮਾਮ। ਬਾਈਬਲ ਦੇ ਵਿੱਚ ਇਜ਼ਰਾਈਲ ਦੇ 2 ਨਗਰਾਂ ਜੂੜੀਆ ਤੇ ਸਮਾਰੀਆ ਦਾ ਨਾਮ ਆਉਂਦਾ ਹੈ। ਇਹਨਾਂ ਦੋਹਾਂ ਦੇ ਵਿਚਕਾਰ ਕਰਕੇ ਅਲਜ਼ਾਨੀਆ ਹੈ। ਬਾਬਾ ਆਪਣੇ ਪੋਤੇ ਨੂੰ ਹਿੱਕ ਦੇ ਨਾਲ ਲਾਉਂਦਾ ਤਾਂ ਉਸਦੀ ਲੰਮੀ ਸਫੈਦ ਦਾੜੀ ਮੱਥੇ ਦੇ ਨਾਲ ਲੱਗਦੀ ਹੈ। ਮਿੱਠੀ ਆਵਾਜ਼ ਦੇ ਵਿੱਚ ਅਜ਼ਾਨ ਦਿੰਦਾ ਹੈ। ਅਲਜ਼ਾਨੀਆ ਸ਼ਾਂਤ ਮਿੱਠਾ ਪਿੰਡ ਸੀ ਜਿਸ ਦੇ ਵਿੱਚ ਉਦੋਂ ਕੇਵਲ 400 ਦੀ ਵਸੋਂ ਹੁੰਦੀ ਸੀ। ਸਵੇਰੇ ਬਾਬਾ 4 ਵਜੇ ਉੱਠਦਾ ਹੈ, ਮਸਜਿਦ ਦੇ ਵਿੱਚ ਨਮਾਜ਼ ਪੜ੍ਹਦਾ ਤੇ ਪੜ੍ਹਾਉਂਦਾ ਹੈ। ਵਾਪਸੀ 'ਤੇ ਨਾਸ਼ਤਾ ਕਰਕੇ ਖੇਤ ਕੰਮ ਕਰਨ ਚਲਿਆ ਜਾਂਦਾ ਹੈ। ਜੈਤੂਨ ਦੇ ਰੁੱਖ ਜਿਹੜੇ ਨੇ ਸੰਭਾਲਦਾ ਹੈ। ਹਰ ਬੱਚੇ ਦੇ ਜਨਮ ਸਮੇਂ ਕੰਨ ਦੇ ਵਿੱਚ ਅਜ਼ਾਨ ਦਿੰਦਾ ਹੈ। ਹਰੇਕ ਮ੍ਰਿਤਕ ਦਾ ਜਿਹੜਾ ਫਤੀਹਾ ਪੜ੍ਹਦਾ ਹੈ ਤੇ ਨਿਕਾਹ ਵੇਲੇ ਸਭ ਰਸਮਾਂ ਨਿਭਾਉਂਦਾ ਹੈ। ਮੋਸਾਬ ਦਾ ਅੱਬਾ ਆਪਣੇ ਪਿਓ ਵਰਗਾ ਸੀ। ਚਾਚਿਆਂ ਦੀ ਦੀਨ ਦੇ ਵਿੱਚ ਦਿਲਚਸਪੀ ਨਹੀਂ ਸੀ। ਕੇਵਲ ਸ਼ੇਖ ਹਸਨ ਬਿਨਾ ਨਾਗੇ ਦੇ ਮਸੀਤ ਜਾਂਦਾ ਤੇ ਆਪਣੇ ਪਿਤਾ ਤੋਂ ਇਸਲਾਮ ਬਾਰੇ ਸਿੱਖਦਾ ਰਹਿੰਦਾ। 12 ਸਾਲ ਦਾ ਸੀ ਜਦੋਂ ਖੁਸ਼ ਹੋ ਕੇ ਬਾਬੇ ਨੇ ਆਪਣੇ ਬੇਟੇ ਨੂੰ ਯਰੂਸ਼ਲਮ
ਸ਼ਰਾਹ ਜਿਹੜਾ ਸੀ ਸ਼ਰਾਹ ਦੀ ਸਿੱਖਿਆ ਲੈਣ ਦੇ ਲਈ ਸਿੱਖਣ ਵਾਸਤੇ ਭੇਜ ਦਿੱਤਾ, ਜਿੱਥੇ ਉਸਨੇ ਵਡੇਰੀ ਤਾਲੀਮ ਹਾਸਲ ਕਰਨੀ ਸੀ। ਪਿੰਡ ਦੇ ਲੋਕ ਲੋੜ ਪੈਣ ਤੇ ਉੱਤੇ ਸਰਕਾਰੀ ਅਦਾਲਤਾਂ ਦੇ ਵਿੱਚ ਨਹੀਂ ਜਾਂਦੇ ਸਨ। ਮਸਜਿਦ ਦੇ ਇਮਾਮ ਦਾ ਫੈਸਲਾ ਰੱਬ ਦਾ ਫੈਸਲਾ ਹੁੰਦਾ ਸੀ। ਇਸ 'ਤੇ ਖਰਚ ਵੀ ਨਾ ਹੁੰਦਾ ਤੇ ਫੈਸਲਾ ਤੁਰੰਤ ਹੋ ਜਾਂਦਾ। ਪਿਤਾ ਨੇ ਬੇਸ਼ੱਕ ਇਸਲਾਮ ਦੀ ਸਿੱਖਿਆ ਬੇਟੇ ਨੂੰ ਦੇ ਦਿੱਤੀ, ਪਰ ਯਰੂਸ਼ਲਮ ਇਸ ਕਰਕੇ ਭੇਜਿਆ ਤਾਂ ਕਿ ਲੋਕਾਂ ਉੱਪਰ ਰਾਜ ਕਰਨਾ ਸਿੱਖ ਲਵੇ। 18 ਸਾਲ ਦੀ ਉਮਰ ਦੇ ਵਿੱਚ ਵਿੱਦਿਆ ਪੂਰੀ ਕਰਕੇ ਉਹ ਰਾਮੱਲਾ ਪਿੰਡ ਦੀ ਮਸਜਿਦ ਦਾ ਇਮਾਮ ਨਿਯੁਕਤ ਹੋ ਗਿਆ। ਰਾਮੱਲਾ ਅਲਜ਼ਾਨੀਆ ਵਰਗਾ ਨਿੱਕਾ ਪਿੰਡ ਨਹੀਂ, ਵੱਡਾ ਕਸਬਾ ਸੀ। ਜਦੋਂ ਉਹ ਰਾਮੱਲਾ ਨਗਰ ਦੀ ਵੱਡੀ ਮਸਜਿਦ ਦੇ ਵਿੱਚ ਪਹਿਲੀ ਵਾਰ ਗਿਆ ਤਾਂ ਇਹ ਦੇਖ ਕੇ ਦੁਖੀ ਹੋ ਗਿਆ ਕਿ ਨਮਾਜ਼ ਪੜ੍ਹਨ ਵਾਲੇ ਆਏ ਕੇਵਲ 5 ਬਜ਼ੁਰਗ ਸਨ। ਕੌਫੀ ਹਾਊਸਾਂ, ਸਿਨੇਮਾ ਹਾਲਾਂ ਦੇ ਵਿੱਚ ਵਧੀਕ ਰੌਣਕਾਂ ਸਨ। ਜੂਏਬਾਜ਼ੀ ਤੇ ਸ਼ਰਾਬ ਨੋਸ਼ੀ ਦਾ ਦੌਰਾਂ 'ਤੇ ਸੀ। ਪਹਿਲੇ ਇਮਾਮ ਨੇ ਟੇਪ ਰਿਕਾਰਡਰ ਲਾਇਆ ਹੋਇਆ ਸੀ ਜਿਸ ਤੋਂ ਅਜ਼ਾਨ ਦੇਣ ਦਾ ਕੰਮ ਲਿਆ ਜਾਂਦਾ ਸੀ ਕਿ ਤਾਸ਼ ਦੀ ਬਾਜੀ ਦੇ ਵਿੱਚ ਵਿਘਨ ਨਾ ਪਵੇ ਕਿਤੇ। ਜਿਹੜੇ 5 ਬਿਰਧ ਨਮਾਜ਼ ਪੜ੍ਹਨ ਆਉਂਦੇ ਉਹ ਖੁਦ ਦੱਸਦੇ ਕਿ ਮੌਤ ਨੇੜੇ ਹੋਣ ਕਾਰਨ ਨਮਾਜ਼ ਪੜ੍ਹਦੇ ਹਾਂ ਜੀ, ਤਾਂ ਕਿ ਸਵਰਗ ਦੇ ਵਿੱਚ ਜਾ ਸਕੀਏ। ਲੋਕ ਆਪਸ ਦੇ ਵਿੱਚ ਗੱਲਾਂ ਕਰਦੇ ਆ, ਇਹ ਅਜ਼ਾਨ ਦੇਣ ਵਾਲਾ ਛੋਕਰਾ ਕੌਣ ਹੈ? ਬਾਹਰੋਂ ਹੈ ਕੋਈ? ਗੜਬੜ ਨਾ ਕਰਦੇ ਕਿੱਧਰੇ? ਬੁੱਢੇ ਬੰਦੇ ਨਮਾਜ਼ ਪੜ੍ਹਿਆ ਕਰਦੇ ਨੇ। ਇਹ ਸਾਨੂੰ ਕਿਉਂ ਕਹਿੰਦਾ ਹੈ ਨਮਾਜ਼ ਪੜ੍ਹੋ? ਕੋੜੇ ਬੋਲਦੇ, ਪਰ ਸ਼ੇਖ ਹਸਨ ਸ਼ਾਂਤ ਰਹਿੰਦਾ ਸੀ। ਬਾਬਾ ਆਪਣੇ ਬੇਟੇ ਦੇ ਈਮਾਨ ਤੋਂ ਇੰਨਾ ਖੁਸ਼ ਹੋਇਆ ਕਿ ਹੋਰ ਉਚੇਰੀ ਵਿੱਦਿਆ ਪੜ੍ਹਨ ਵਾਸਤੇ ਜਾਰਡਨ ਭੇਜ ਦਿੱਤਾ ਉਹਨੂੰ। ਉਹ ਇੱਥੋਂ ਜਿਹੜਾ ਸੀ ਉਸਦੇ ਜੀਵਨ ਦੇ ਵਿੱਚ ਤਬਦੀਲੀ ਸ਼ੁਰੂ ਹੋ ਗਈ। ਜੇ ਰਤਾ ਕੋਈ ਇਸਲਾਮ ਦਾ ਇਤਿਹਾਸ ਅਤੇ ਸਿਆਸਤ ਜਾਣ ਦੇ ਲਈਏ ਨਾ ਤਾਂ ਕਹਾਣੀ ਸਹੀ ਸਮਝ ਆ ਸਕਦੀ ਹੈ। ਸਾਲ 1517 ਤੋਂ 1923 ਤੱਕ ਓਟੋਮਨ ਅੰਪਾਇਰ ਜਿਹੜਾ ਹੈ, ਤੁਰਕੀ ਅੰਪਾਇਰ, ਓਟੋਮਨ ਸਲਤਨਤ ਨੇ ਤੁਰਕੀ ਦੇ ਵਿੱਚ ਰਾਜ ਕੀਤਾ। ਬਾਦਸ਼ਾਹ ਨੂੰ ਖਲੀਫਾ ਕਿਹਾ ਜਾਂਦਾ ਸੀ, ਜੋ ਮਹਾਰਾਜਾ ਹੋਣ ਦੇ ਨਾਲ ਨਾਲ ਅਰਬਾਂ ਦਾ ਕੀ ਸਾਰੀ ਦੁਨੀਆ ਦੇ ਮੁਸਲਮਾਨਾਂ ਦਾ ਧਾਰਮਿਕ ਨੇਤਾ ਵੀ ਹੁੰਦਾ। ਪਹਿਲੋਂ ਠੀਕ ਸੀ, ਪਰ ਸਮਾਂ ਬੀਤਣ ਦੇ ਨਾਲ ਹਕੂਮਤ ਭ੍ਰਿਸ਼ਟ ਹੋ ਗਈ ਤੇ ਪਤਨ ਸ਼ੁਰੂ ਹੋ ਗਿਆ। ਮੱਧ ਪੂਰਬ ਦੇ ਪੇਂਡੂ ਕਿਸਾਨਾਂ ਉੱਤੇ ਭਾਰੇ ਟੈਕਸ ਲਾਏ ਗਏ। ਅਦਾਇਗੀ ਨਾ ਹੋਣ ਦੀ ਸੂਰਤ ਦੇ ਵਿੱਚ ਸਜ਼ਾਵਾਂ ਦਿੱਤੀਆਂ ਜਾਂਦੀਆਂ। ਸਿਪਾਹੀਆਂ ਤੇ ਸਥਾਨਕ ਮੁਲਾਜ਼ਮਾਂ ਦੀਆਂ ਜਾਤੀਆਂ ਦੀ ਖਬਰ ਦੂਰ ਦੁਰਾਡੇ ਇਸਤੰਬੁਲ ਦੇ ਵਿੱਚ ਬਾਦਸ਼ਾਹ ਤੱਕ ਕਿਵੇਂ ਪਹੁੰਚਦੀ? ਦੁਖੀ ਲੋਕ ਇਸ ਮੁਸ਼ਕਲ ਦਾ ਹੱਲ ਲੱਭਣ ਬਾਰੇ ਸੋਚਣ ਲੱਗ ਗਏ। ਰੂਸ ਦੇ ਵਿੱਚ ਨਵਾਂ ਇਨਕਲਾਬ ਆਇਆ ਸੀ। ਚੇਤਨ ਲੋਕ ਕਮਿਊਨਿਸਟ ਹੋਣ ਲੱਗ ਪਏ। ਕੁਝ ਸ਼ਰਾਬ ਪੀਣ ਲੱਗ ਗਏ, ਜੂਆ ਖੇਡਣ ਲੱਗੇ। ਪੱਛਮ ਦੀਆਂ ਕੰਪਨੀਆਂ ਤੇਲ ਕੱਢਣ ਲੱਗ ਪਈਆਂ ਤੇ ਪੱਛਮੀ ਆਦਤਾਂ ਵੀ ਲੋਕਾਂ ਦੇ ਵਿੱਚ ਆਉਣੀਆਂ ਹੀ ਸਨ। ਕਾਇਰੋ, ਮਿਸਰ ਵਿੱਚ ਇੱਕ ਧਰਮੀ ਜਵਾਨ ਸਕੂਲ ਮਾਸਟਰ ਹਸਨ ਅਲਬਾਨਾ ਆਪਣੇ ਗਰੀਬ, ਬੇਰੁਜ਼ਗਾਰ ਤੇ ਰੱਬ ਤੋਂ ਵੰਚਿਤ ਦੇਸ਼ ਵਾਸੀਆਂ ਦੀ ਦੁਰਦਸ਼ਾ ਦੇਖ ਕੇ ਰੋ ਪਿਆ। ਇਸ ਵਾਸਤੇ ਤੁਰਕਾਂ ਦੀ ਥਾਂ ਉਹ ਪੱਛਮ ਵਾਸੀਆਂ ਨੂੰ ਕਸੂਰਵਾਰ ਠਹਿਰਾਉਂਦਾ ਤੇ ਲੋਕਾਂ ਨੂੰ ਪੱਕੇ ਮੁਸਲਮਾਨ ਹੋਣ ਦੀ ਪ੍ਰੇਰਨਾ ਦਿੰਦਾ। ਕੌਫੀ ਹਾਊਸ ਦੇ ਵਿੱਚ ਜਾ ਕੇ ਉਹ ਕੁਰਸੀ 'ਤੇ ਖਲੋ ਜਾਂਦਾ ਤੇ ਦੀਨ ਦੀਆਂ ਗੱਲਾਂ ਕਰਨ ਲੱਗ ਜਾਂਦਾ। ਸ਼ਰਾਬੀ ਬੰਦੇ ਉਸਦੀ ਖਿੱਲੀ ਉਡਾਉਂਦੇ। ਧਾਰਮਿਕ ਲੀਡਰ ਈਰਖਾ ਤੇ ਨਫ਼ਰਤ ਕਰਦੇ, ਪਰ ਆਮ ਬੰਦਿਆਂ ਨੂੰ ਉਹ ਚੰਗਾ ਲੱਗਣ ਲੱਗ ਪਿਆ ਕਿਉਂਕਿ ਇਸ ਦੇ ਵਿੱਚ ਉਮੀਦ ਦੀ ਕਿਰਨ ਝਲਕਦੀ ਦਿਸਦੀ। ਮਾਰਚ 1928 ਦੇ ਵਿੱਚ ਮੁਸਲਿਮ ਬ੍ਰਦਰਹੁੱਡ ਨਾਮ ਦੀ ਉਸਨੇ ਸੰਸਥਾ ਕਾਇਮ ਕਰ ਲਈ, ਜੋ ਲੋਕਾਂ ਦਾ ਸ਼ੁੱਧੀਕਰਨ ਕਰਦੀ ਸੀ ਤੇ ਇਸਲਾਮ ਨੂੰ ਮਜ਼ਬੂਤ ਕਰੇਗੀ। ਦਹਾਕੇ ਦੇ ਅੰਦਰ ਹਰ ਇਲਾਕੇ ਦੇ ਵਿੱਚ ਇਸ ਦੀਆਂ ਸ਼ਾਖਾਵਾਂ ਖੁੱਲ੍ਹ ਗਈਆਂ। ਅਲਬਾਨਾ ਦੇ ਭਰਾ ਨੇ 1935 ਦੇ ਵਿੱਚ ਫਲਸਤੀਨ ਇਲਾਕੇ 'ਚ ਇਸ ਦੀ ਇੱਕ ਬ੍ਰਾਂਚ ਕਾਇਮ ਕਰਤੀ। 20 ਸਾਲ ਦੇ ਅਰਸੇ ਦੇ ਵਿੱਚ ਮਿਸਰ ਵਿੱਚ ਬ੍ਰਦਰਹੁੱਡ ਦੇ 5 ਲੱਖ ਮੈਂਬਰ ਹੋ ਗਏ। ਬਹੁਗਿਣਤੀ ਗਰੀਬ ਅਤੇ ਲਾਚਾਰ ਲੋਕਾਂ ਦੀ ਸੀ। ਸਾਰੇ ਇਸਲਾਮ ਦੇ ਪੱਕੇ ਵਫਾਦਾਰ, ਕੁਰਾਨ ਦੀ ਸਿੱਖਿਆ ਦੇ ਅਨੁਸਾਰ ਇੱਕ ਦੂਜੇ ਦੀ ਮਦਦ ਵੀ ਕਰਦੇ। ਪੱਛਮੀ ਲੋਕ ਹਰੇਕ ਮੁਸਲਮਾਨ ਨੂੰ ਅੱਤਵਾਦੀ ਸਮਝਦੇ ਨੇ। ਉਹ ਨਹੀਂ ਜਾਣਦੇ ਇਸਲਾਮ ਦੇ ਵਿੱਚ ਪਿਆਰ ਅਤੇ ਦਇਆ ਦੀ ਕਿੱਡੀ ਅਹਿਮੀਅਤ ਹੈ। ਗਰੀਬਾਂ, ਵਿਧਵਾਵਾਂ, ਯਤੀਮਾਂ ਵਾਸਤੇ ਹਮਦਰਦੀ ਹੈ। ਪਰ ਇਸਲਾਮ ਦੇ ਵਿੱਚ ਇੱਕ ਹੋਰ ਵੀ ਅਹਿਮ ਪੱਖ ਹੈ, ਉਹ ਹੈ ਜਿਹਾਦ। ਸਾਰੀ ਗਲੋਬ ਇਸਲਾਮ ਅਖਤਿਆਰ ਕਰੇ ਤੇ ਇੱਕ ਧਰਮੀ ਮੁਸਲਮਾਨ ਦੁਨੀਆ ਉੱਪਰ ਰਾਜ ਕਰੇ। ਜਿਵੇਂ ਕਿ ਆਪਣੇ ਕਹਿ ਸਕਦੇ ਹਾਂ ਕਿ ਇੰਡੀਆ ਦੇ ਵਿੱਚ ਵੀ ਇਹ ਸਿਲਸਿਲਾ ਚੱਲ ਰਿਹਾ। ਉਹ ਕਹਿੰਦੇ ਸਾਰੇ ਹਿੰਦੂ ਬਣਾਉਣੇ ਨੇ ਤੇ ਇਹ ਕਹਿੰਦੇ ਸਾਰੇ ਮੁਸਲਮਾਨ ਬਣਾਉਣੇ ਨੇ।
ਤੇ ਸਾਡੇ ਵਾਲੇ ਕਹਿੰਦੇ ਨੇ ਰਾਜ ਕਰੇਗਾ ਖਾਲਸਾ। ਤੇ ਵੱਖਰੀਆਂ ਵੱਖਰੀਆਂ ਸਾਰੇ ਕਰ ਰਹੇ ਨੇ ਜੀ। ਸਾਰੀ ਗਲੋਬ ਇਸਲਾਮ ਅਖਤਿਆਰ ਕਰੇ ਤੇ ਇੱਕ ਧਰਮੀ ਮੁਸਲਮਾਨ ਦੁਨੀਆ ਉੱਪਰ ਰਾਜ ਕਰੇ, ਇਸ ਵਾਸਤੇ ਯੁੱਧ ਕਰਨਾ ਜਾਇਜ਼ ਹੈ। 1948 ਦੇ ਵਿੱਚ ਬ੍ਰਦਰਹੁੱਡ ਨੇ ਤੁਰਕੀ ਸਰਕਾਰ ਦੇ ਖਿਲਾਫ ਬਗਾਵਤ ਕਰਤੀ, ਕਿਉਂਕਿ ਸਰਕਾਰ ਇਸਲਾਮ ਦੀ ਥਾਂ ਸੈਕੂਲਰਿਜ਼ਮ ਦੀ ਜਿਹੜੀ ਨੂੰ ਪਹਿਲ ਦੇ ਰਹੀ ਸੀ। ਬਗਾਵਤ ਦੇ ਉੱਪਰ ਜਲਦੀ ਕਾਬੂ ਪਾ ਲਿਆ ਗਿਆ। ਬਰਤਾਨੀਆ ਹਕੂਮਤ ਚਲੀ ਗਈ ਤੇ ਯਹੂਦੀਆਂ ਵਾਸਤੇ ਫਲਸਤੀਨ ਦੀ ਜ਼ਮੀਨ ਵਿੱਚੋਂ ਇੱਕ ਹਿੱਸੇ ਉੱਪਰ ਇਜ਼ਰਾਈਲ ਦੇਸ਼ ਸਥਾਪਿਤ ਕਰ ਦਿੱਤਾ। ਮੱਧ ਏਸ਼ੀਆ ਦੇ ਸਾਰੇ ਮੁਸਲਮਾਨ ਦੇਸ਼ਾਂ ਦੇ ਵਿੱਚ ਗੁੱਸਾ ਫੈਲ ਗਿਆ। ਕੁਰਾਨ ਦੇ ਵਿੱਚ ਲਿਖਿਆ, ਜਦੋਂ ਕੋਈ ਬੇਗਾਨਾ ਬੰਦਾ ਮੁਸਲਿਮ ਧਰਤੀ ਦੇ ਉੱਪਰ ਕਾਬਜ਼ ਹੋਵੇ ਤਾਂ ਸਾਰੇ ਇਕੱਠੇ ਹੋ ਜਾਓ ਤੇ ਜਿਹਾਦ ਕਰੋ। ਅਲ ਅਕਸ਼ ਮਸੀਤ ਫਲਸਤੀਨ ਦੇ ਵਿੱਚ ਹੈ। ਮੱਕੇ ਅਤੇ ਮਦੀਨੇ ਤੋਂ ਬਾਅਦ ਇਹ ਤੀਜੇ ਥਾਂ ਦੇ ਉੱਤੇ ਸਭ ਤੋਂ ਪਵਿੱਤਰ ਥਾਂ ਮੰਨੀ ਜਾਂਦੀ ਹੈ। ਇਹ ਯਹੂਦੀਆਂ ਦੇ ਕਬਜ਼ੇ ਦੇ ਵਿੱਚ ਹੋ ਗਈ। ਇਹ ਉਹ ਥਾਂ ਹੈ ਜਿੱਥੋਂ ਇਜ਼ਰਾਈਲ ਫਰਿਸ਼ਤਾ ਹਜ਼ਰਤ ਮੁਹੰਮਦ ਸਾਹਿਬ ਨੂੰ ਆਪਣੇ ਨਾਲ ਲਿਜਾ ਕੇ ਪੈਗੰਬਰ ਮੂਸਾ ਤੇ ਯਸੂ ਨੂੰ ਮਿਲਵਾ ਕੇ ਲਿਆਇਆ ਸੀ। ਮਿਸਰ, ਲਿਬਨਾਨ, ਸੀਰੀਆ, ਜਾਰਡਨ ਅਤੇ ਇਰਾਕ ਨੇ ਮਿਲ ਕੇ ਨਵੀਂ ਬਣੀ ਯਹੂਦੀ ਸਟੇਟ ਤੇ ਹਮਲਾ ਕਰਤਾ। 10,000 ਸੈਨਿਕ ਸਨ ਤੇ ਬਾਕੀ ਵੱਡੀ ਗਿਣਤੀ ਮੁਸਲਮਾਨ ਬ੍ਰਦਰਹੁੱਡ ਮੈਂਬਰਾਂ ਦੀ ਸੀ। ਇਹਨਾਂ ਦੇਸ਼ਾਂ ਨੇ ਯਹੂਦੀਆਂ ਹੱਥੋਂ ਬੁਰੀ ਮਾਰ ਖਾਧੀ, ਹਾਰ ਗਏ। 1 ਸਾਲ ਤੋਂ ਘੱਟ ਸਮੇਂ ਦੇ ਵਿੱਚ ਸਾਰੇ ਇਜ਼ਰਾਈਲ ਦੇ ਵਿੱਚੋਂ ਮੁਸਲਮਾਨ ਸੈਨਿਕ ਕੱਢ ਦਿੱਤੇ। 7.5 ਲੱਖ ਮੁਸਲਮਾਨ ਇਜ਼ਰਾਈਲ ਦੀ ਧਰਤੀ ਤੋਂ ਉੱਜੜ ਕੇ ਅਰਬ ਦੇਸ਼ਾਂ ਦੇ ਰਿਫਿਊਜੀ ਹੋ ਗਏ। ਅੱਜ ਤੱਕ ਇਹਨਾਂ ਰਿਫਿਊਜੀ ਕੈਂਪਾਂ ਨੂੰ UNO ਵੱਲੋਂ ਰਾਹਤ ਸਮੱਗਰੀ ਦਿੱਤੀ ਜਾ ਰਹੀ ਹੈ। ਹਾਰ ਕੇ ਆਏ ਹਥਿਆਰਬੰਦ ਮੁਸਲਿਮ ਬ੍ਰਦਰਹੁੱਡ ਦੇ ਬੰਦਿਆਂ ਨੇ ਦੂਜੀ ਵਾਰ ਫਿਰ ਤੁਰਕ ਸਰਕਾਰ ਖਿਲਾਫ ਬਗਾਵਤ ਦਾ ਯਤਨ ਕਰਤਾ, ਪਰ ਦਬਾ ਦਿੱਤੇ ਗਏ। ਬ੍ਰਦਰਹੁੱਡ ਤੇ ਪਾਬੰਦੀ ਲਾ ਦਿੱਤੀ ਗਈ। ਇਸ ਦੀਆਂ ਜਾਇਦਾਦਾਂ ਕਬਜ਼ੇ ਦੇ ਵਿੱਚ ਲੈ ਲਈਆਂ ਗਈਆਂ ਤੇ ਲੀਡਰਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ। ਗ੍ਰਿਫਤਾਰੀ ਤੋਂ ਬਚੇ ਬੰਦਿਆਂ ਨੇ ਥੋੜੇ ਸਮੇਂ ਬਾਅਦ ਮਿਸਰ ਦਾ ਪ੍ਰਧਾਨ ਮੰਤਰੀ ਕਤਲ ਕਰਤਾ। 12 ਫਰਵਰੀ 1949 ਨੂੰ ਸਰਕਾਰ ਦੀ ਖੂਫੀਆ ਏਜੰਸੀ ਨੇ ਹਸਨ ਅਲਬਾਨਾ ਕਤਲ ਕਰਤਾ, ਪਰ ਮੁਸਲਿਮ ਬ੍ਰਦਰਹੁੱਡ ਦਾ ਸਿਰ ਨਹੀਂ ਫੇਇਆ ਗਿਆ। ਘਟਨ ਦੀ ਜਿਹੜੀ ਸੀ ਬਜਾਏ ਸਰਕਾਰ ਦੇ ਜ਼ਾਲਮਾਨਾ ਰਵੱਈਏ ਕਾਰਨ ਇਹ ਮਜ਼ਬੂਤ ਹੁੰਦਾ ਗਿਆ। ਹੋਰ ਕੇਵਲ ਮਿਸਰ ਦੇ ਵਿੱਚ ਨਾ ਰਿਹਾ, ਸੀਰੀਆ ਤੇ ਜਾਰਡਨ ਤੱਕ ਫੈਲ ਗਿਆ। ਤੇ ਗੱਲ ਤਾਂ ਉਹੀ ਹੈ ਕਿ ਹੁਣ ਜਿਹੜਾ ਕੈਨੇਡਾ ਦੇ ਵਿੱਚ ਕਹਿ ਲਓ ਜਾਂ ਅਮਰੀਕਾ ਦੇ ਵਿੱਚ ਕਹਿ ਲਓ, ਪੰਨੂ ਸਾਹਿਬ ਬੈਠੇ ਨੇ। ਫੜਨ ਦੀ ਤਾਂ ਗੱਲ ਹੋਣਾ ਹੁੰਦੀ ਹੈ, ਤਾਂ ਫੜ ਕੋਈ ਹੋ ਹੀ ਰਹੇ ਨੇ, ਤੇ ਗੱਲ ਤਾਂ ਉਹਨਾਂ ਦੀ ਕਰਨ ਦੀ ਜ਼ਰੂਰਤ ਹੈ। 1975 ਦੇ ਵਿੱਚ ਮੌਸਾਬ ਦਾ ਅਬੂ ਜਦੋਂ ਜਾਰਡਨ ਦੇ ਵਿੱਚ ਪੜ੍ਹਨ ਆ ਗਿਆ, ਉਦੋਂ ਉੱਥੇ ਮੁਸਲਿਮ ਬ੍ਰਦਰਹੁੱਡ ਦਾ ਬੋਲਬਾਲਾ ਸੀ ਤੇ ਮੁਸਲਮਾਨਾਂ ਦੇ ਵਿੱਚ ਇਹਨਾਂ ਦੀ ਪੂਰੀ ਇੱਜ਼ਤ ਸੀ। ਸ਼ੇਖ ਹਸਨ ਦੇਖ ਰਿਹਾ ਸੀ ਕਿ ਬ੍ਰਦਰਹੁੱਡ ਕਾਫਰਾਂ ਨੂੰ ਮੋਮਨ ਕਰ ਰਿਹਾ ਸੀ। ਬ੍ਰਦਰਹੁੱਡ ਦੇ ਨੇਤਾ ਉਹ ਕੁਝ ਕਰ ਰਹੇ ਸਨ ਜੋ ਈਸਾਈਆਂ ਵਾਸਤੇ ਮਾਰਟਿਨ ਲੂਥਰ ਨੇ ਕੀਤਾ। ਸ਼ੇਖ ਨੇ ਕਿਹਾ, ਇਹੋ ਮੇਰਾ ਸੁਪਨਾ ਸੀ। ਸ਼ੇਖ ਨੇ ਇਸਲਾਮ ਦਾ ਇੱਥੇ ਉਹ ਪੱਖ ਦੇਖਿਆ ਜੋ ਜਿਹੜਾ ਦਇਆ, ਪਿਆਰ ਤੇ ਰਹਿਮ ਸਿਖਾਉਂਦਾ ਹੈ। ਇਸ ਕਥਾ ਦੇ ਨਾਇਕ ਮੁਸਾਬ ਨੇ ਲਿਖਿਆ, ਇਸਲਾਮ ਦਾ ਜੀਵਨ ਪੌੜੀ ਵਾਂਗ ਹੈ। ਪਹਿਲਾ ਡੰਡਾ ਅਰਦਾਸ ਹੈ, ਦੂਜਾ ਅੱਲਾ ਦੀ ਸਿਫਤ, ਤੀਜਾ ਲੋੜਵੰਦਾਂ ਲਾਚਾਰਾਂ ਦੀ ਮਦਦ, ਚੌਥਾ ਸਕੂਲ ਹਸਪਤਾਲ ਉਸਾਰਨੇ, ਪੰਜਵਾਂ ਦਾਨ ਤੇ ਸਭ ਤੋਂ ਸਿਖਰਲਾ ਡੰਡਾ ਜਿਹਾਦ ਹੈ। ਪੌੜੀ ਬੜੀ ਲੰਮੀ ਹੈ। ਸਿਖਰਲੇ ਡੰਡੇ ਉੱਪਰ ਕੀ ਹੋ ਰਿਹਾ ਹੈ? ਹੇਠਲਿਆਂ ਨੂੰ ਦਿਸਦਾ ਹੀ ਨਹੀਂ। ਉੱਪਰ ਜਾਣ ਦੀ ਰਫ਼ਤਾਰ ਧੀਮੀ ਹੈ। ਚਿੜੀ ਬਿੱਲੀ ਨੂੰ ਅੱਗੇ ਪਿੱਛੇ ਆਉਂਦੀ ਜਾਂਦੀ ਦੇਖ ਰਹੀ ਹੈ, ਪਰ ਇਹ ਨਹੀਂ ਸਮਝ ਸਕੀ ਕਿ ਹਰੇਕ ਗੇੜੇ ਦੇ ਨਾਲ ਬਿੱਲੀ ਰਤਾ ਕੋ ਹੋਰ ਚਿੜੀ ਵੱਲ ਸਰਕ ਰਹੀ ਹੈ ਤੇ ਚਿੜੀ ਤਾਂ ਖਾਣੀ ਉਹਨੇ। ਅੱਖ ਦੇ ਪਲਕਾਰ ਦੇ ਵਿੱਚ ਬਿੱਲੀ ਦੇ ਪੰਜੇ ਚਿੜੀ ਦੇ ਖੂਨ ਦੇ ਨਾਲ ਭਿੱਜੇ ਦਿਸਦੇ ਨੇ। ਨਰਮ ਦਿਲੀਆਂ ਮੁਸਲਮਾਨ ਕੱਟੜ ਮੁਸਲਮਾਨ ਦੇ ਨਾਲੋਂ ਵਧੇਕ ਖਤਰਨਾਕ ਹੈ, ਕਿਉਂਕਿ ਦੇਖਣ ਨੂੰ ਠੀਕ ਲੱਗਦਾ ਹੈ ਪਰ ਅਚਾਨਕ ਕਦੋਂ ਉਹ ਸਿਖਰਲਾ ਡੰਡਾ ਛੂਹ ਲਏ ਪਤਾ ਹੀ ਨਹੀਂ ਲੱਗਦਾ। ਬਹੁਤੇ ਆਤਮਘਾਤੀ ਬੰਦੇ ਨਰਮ ਦਿਲੀਏ ਵਿੱਚੋਂ ਹੀ ਹੁੰਦੇ ਨੇ। ਹਸਾਬ ਦਾ ਅੱਬੂ ਪਹਿਲੀ ਪੌੜੀ ਚੜ੍ਹਿਆ ਤੇ ਅਖੀਰ ਤੱਕ ਪੁੱਜ ਗਿਆ। ਉਹ ਪਿਤਾ ਤੋਂ ਪੁੱਛਣ ਚਾਹੁੰਦਾ ਸੀ ਕਿ ਅੱਬੂ ਹਮਦਰਦ ਦਿਆਲੂ ਇਨਸਾਨ ਤੋਂ ਦੂਜੀ ਮਾਸੂਮਾਂ ਦੇ ਕਤਲਾਂ ਤੱਕ ਕਿਉਂ ਪੁੱਜ ਗਏ? ਪਰ ਇਸਲਾਮੀ ਸਮਾਜ ਦੇ ਵਿੱਚ ਵੱਡਿਆਂ ਨੂੰ ਇਹੋ ਜਿਹੇ ਸਵਾਲ ਕਰਨ ਦਾ ਰਿਵਾਜ ਨਹੀਂ ਹੈ, ਜਿਵੇਂ ਕਿ ਆਪਣੇ ਵੀ ਹੈ। ਕਹਿੰਦੇ ਨੇ ਅੱਖ ਨੀਵੀਂ ਕਰਕੇ ਗੱਲ ਕਰ ਭਾਈ,
ਅੱਖ 'ਚ ਅੱਖ ਕਿੱਦਾਂ ਪਾ ਕੇ ਗੱਲ ਕਰਦਾ ਹੈ। ਜਾਰਡਨ ਦੀ ਪੜ੍ਹਾਈ ਮੁਕਾ ਕੇ ਅੱਬੂ ਵਾਪਸ ਆ ਗਿਆ ਤੇ ਲੱਗਿਆ ਕਿ ਇਸਲਾਮ ਵਾਸਤੇ ਕੁਝ ਕਰੇਗਾ ਹੀ ਕਰੇਗਾ। ਇੱਕ ਉਸੇ ਵਰਗਾ ਬੰਦਾ ਇਬਰਾਹਿਮ ਅਬੂ ਸਲੇਮ ਸੀ। ਇਹਨਾਂ ਦੋਹਾਂ ਨੇ ਫਲਸਤੀਨ ਦੇ ਵਿੱਚ ਬਰਦਰਹੁੱਡ ਦੀ ਮੋੜੀ ਗੜ ਦਿੱਤੀ। ਸਾਲ 1977 ਦੇ ਵਿੱਚ ਉਸਦੀ ਜੇਬ ਦੇ ਵਿੱਚ ਕੇਵਲ 50 ਦਿਨਾਰ ਸਨ। ਜਦੋਂ ਸਲੀਮ ਦੀ ਭੈਣ ਸੱਬਾ ਦੇ ਨਾਲ ਨਿਕਾਹ ਹੋਇਆ, ਸਾਲ ਬਾਅਦ ਮੋਸਾਬ ਜੰਮ ਪਿਆ। ਪਿਤਾ ਨੂੰ ਇਮਾਮ ਵਜੋਂ ਤਨਖਾਹ ਮਿਲਦੀ ਸੀ, ਫਿਰ ਸਕੂਲ ਦੇ ਵਿੱਚ ਪੜ੍ਹਾਉਣ ਦੀ ਨੌਕਰੀ ਵੀ ਮਿਲ ਗਈ, ਪਰ ਦੋਵੇਂ ਤਨਖਾਹ ਮਿਲਾ ਕੇ ਵੀ ਪਰਿਵਾਰ ਦਾ ਗੁਜ਼ਾਰਾ ਮੁਸ਼ਕਲ ਦੇ ਨਾਲ ਚੱਲਦਾ ਸੀ। 3 ਮੁੰਡੇ ਤੇ 3 ਕੁੜੀਆਂ ਦਾ ਪਰਿਵਾਰ ਸੀ। ਮਾਂ ਬੱਚਿਆਂ ਨੂੰ ਨਮਾਜ਼ ਪੜ੍ਹਨੀ ਸਿਖਾਉਂਦੀ, ਰੋਜ਼ੇ ਰੱਖਣੇ ਸਿਖਾਉਂਦੀ। ਜਿਵੇਂ ਅਬੂ ਬਾਬੇ ਵਰਗਾ ਬਣਨ ਦਾ ਇੱਛੁਕ ਸੀ। ਮੁਸਾਬ ਆਪਣੇ ਅਬੂ ਵਰਗਾ ਬਣਨਾ ਚਾਹੁੰਦਾ ਸੀ, ਆਪਣੇ ਪਿਓ ਵਰਗਾ। ਤੇ ਦੁਪਹਿਰ ਦੀ ਅਜ਼ਾਨ ਹੋਈ ਤਾਂ ਮੁਸਾਬ ਵੀ ਬਾਕੀ ਬੱਚਿਆਂ ਦੇ ਨਾਲ ਮਸਜਿਦ ਵੱਲ ਜਿਹੜਾ ਤੁਰ ਪਿਆ। ਸੋਚਿਆ ਇੰਨੀਆਂ ਕਾਰਾਂ ਕਿਉਂ ਨੇ ਇੱਥੇ। ਜਾ ਕੇ ਦੇਖਿਆ ਇੱਕ ਮ੍ਰਿਤਕ ਦੀ ਲਾਸ਼ ਪਈ ਸੀ। ਦਫਨ ਵਾਸਤੇ ਲਿਜਾ ਰਹੇ ਸਨ। ਪਿੱਛੇ ਪਿੱਛੇ ਉਹ ਵੀ ਤੁਰ ਪਿਆ। ਕਬਰਿਸਤਾਨ ਪੁੱਜ ਗਏ। ਇੱਕ ਬੰਦੇ ਨੇ ਕਿਹਾ, ਬੱਚੇ, ਕਬਰ ਉੱਪਰ ਪੈਰ ਨਹੀਂ ਰੱਖੀਦਾ ਹੁੰਦਾ, ਕਬਰ ਪਹਿਲੋਂ ਹੀ ਪੁੱਟੀ ਹੋਈ ਸੀ। ਇਮਾਮ ਨੇ ਇਸ਼ਾਰਾ ਕੀਤਾ ਤਾਂ ਕਫਨ ਜ਼ਮੀਨ ਦੇ ਵਿੱਚ ਉਤਾਰ ਦਿੱਤਾ। ਸਾਰੇ ਜਣੇ ਮਿੱਟੀ ਪਾਉਣ ਲੱਗ ਗਏ। ਕਬਰ ਪੁੱਟਣ ਵਾਲੇ ਦਾ ਨਾਮ ਜੁੰਮਾ ਸੀ। ਕਈ ਵਾਰੀ ਤਾਂ ਇੱਕੋ ਦਿਨ 3-4 ਲਾਸ਼ਾਂ ਦਫਨ ਵਾਸਤੇ ਆ ਜਾਂਦੀਆਂ। ਬੱਚਿਆਂ ਤੋਂ ਸੁਣਿਆ ਸੀ ਜੁੰਮਾ ਕਦੇ ਨਮਾਜ਼ ਨਹੀਂ ਪੜ੍ਹਦਾ ਹੈ, ਨਾ ਉਸਦਾ ਕੁਰਾਨ ਵਾਲੇ ਰੱਬ ਦੇ ਵਿੱਚ ਯਕੀਨ ਹੈ। ਕਿ ਉਸ ਨੂੰ ਮੌਤ ਤੋਂ ਡਰ ਨਹੀਂ ਲੱਗਦਾ। ਮੁਸਾਬ ਸੋਚਦਾ। ਇਮਾਮ ਨੇ ਮ੍ਰਿਤਕ ਬਾਰੇ ਕਿਹਾ, ਇਹ ਆਦਮੀ ਚਲਾ ਗਿਆ, ਆਪਣਾ ਧਨ ਜਾਇਦਾਦ, ਧੀਆਂ ਪੁੱਤ ਪਤਨੀ ਸਭ ਨੂੰ ਛੱਡ ਗਿਆ। ਆਪਾਂ ਸਾਰੇ ਇਵੇਂ ਜਾਵਾਂਗੇ ਇਹਦੇ ਵਾਂਗੂ ਹੀ। ਥੋੜ੍ਹੀ ਦੇਰ ਬਾਅਦ ਇਸ ਦੀ ਰੂਹ ਇੱਥੇ ਪਰਤੇਗੀ। ਮੁਨਕਿਰ ਤੇ ਨਕੀਰ ਫਰਿਸ਼ਤੇ ਇਸ ਦੀ ਕਰਨੀ ਬਾਰੇ ਸਵਾਲ ਪੁੱਛਣਗੇ, ਜਿਵੇਂ ਆਪਣੇ ਕਹਿੰਦੇ ਕਿ ਹਿਸਾਬ ਕਿਤਾਬ ਬਈ ਖਾਤਾ ਲਾਇਆ ਨਾ, ਤੇ ਪੁੱਛਣਗੇ ਤੇਰਾ ਰੱਬ ਕਿਹੜਾ ਭਾਈ। ਜੇ ਉਸ ਤੋਂ ਸਹੀ ਉੱਤਰ ਨਾ ਦਿੱਤੇ ਗਏ ਤਾਂ ਉਸਦੇ ਸਿਰ ਦੇ ਵਿੱਚ ਹਥੌੜਾ ਮਾਰਨਗੇ। ਫਿਰ ਕਹਿੰਦੇ ਉਹਨੂੰ ਮਾਰ ਦੇਣਗੇ, ਮਰੇ ਨੂੰ ਫਿਰ ਮਾਰਨਾ ਹੈ। ਤੇ ਮ੍ਰਿਤਕ ਦੀ ਰੂਹ 70 ਸਾਲ ਵਾਸਤੇ ਜ਼ਮੀਨ ਦੇ ਵਿੱਚ ਧੱਸ ਜਾਏਗੀ। ਜਾ ਅੱਲਾ ਸਾਡੇ ਤੋਂ ਠੀਕ ਜਵਾਬ ਦਿਵਾਈ। ਅੱਬੂ ਨੇ ਕਦੀ ਵੀ ਇਹ ਗੱਲਾਂ ਨਹੀਂ ਦੱਸੀਆਂ। ਮੁਸਾਬ ਨੇ ਅੱਬੂ ਨੂੰ ਕਿਹਾ, ਮੈਨੂੰ ਹੁਣੇ ਠੀਕ ਜਵਾਬ ਸਿਖਾ ਦੇ ਭਾਈ, ਮੈਨੂੰ ਡਰ ਲੱਗਦਾ ਹੈ ਮਰਨ ਤੋਂ ਕਿ ਮੈਂ ਹਿਸਾਬ ਕਿਤਾਬ ਕਿੱਦਾਂ ਦਊਂ। ਅੱਖ ਬਚਾ ਕੇ ਫਿਰ ਕਬਰਸਤਾਨ ਦੇ ਵਿੱਚ ਚਲਾ ਗਿਆ ਤਾਂ ਕਿ ਸਵਾਲ ਜਵਾਬ ਸੁਣ ਸਕੇ। ਹਥੌੜਾ ਵੱਜਦਾ ਦੇਖੇ। ਘੰਟੇ ਦਾ ਬੈਠਾ ਬੋਰ ਹੋ ਗਿਆ। ਉਹ ਆ ਕੇ ਮਾਂ ਨੂੰ ਕਿਹਾ, ਉੱਥੇ ਤਾਂ ਕੁਝ ਵੀ ਨਹੀਂ ਹੋਇਆ, ਮੈਨੂੰ ਨਾ ਸਵਾਲ ਸੁਣੇ ਨਾ ਜਵਾਬ ਸੁਣੇ। ਉਹ ਆ ਕੇ ਸਵਾਲ ਕਰਨ ਲੱਗ ਗਿਆ। ਮਾਂ ਨੇ ਕਿਹਾ, ਬੰਦਿਆਂ ਨੂੰ ਨਹੀਂ ਸੁਣਦੇ ਹੁੰਦੇ, ਜਾਨਵਰ ਸੁਣ ਲੈਂਦੇ ਨੇ। 8 ਸਾਲ ਦੇ ਮੁਸਾਬ ਨੂੰ ਜਿਹੜਾ ਸੀ ਹੁਣ ਗੱਲ ਸਮਝ ਦੇ ਵਿੱਚ ਆਈ ਸੀ। ਕਬਰਿਸਤਾਨ ਉਸਦਾ ਖੇਡ ਮੈਦਾਨ ਹੋ ਗਿਆ। ਫਿਰ ਉਹ ਨਾ ਡਰਦਾ ਸੀ ਨਾ ਕੁਝ ਕਰਦਾ ਸੀ, ਖੇਡਦਾ ਸੀ ਉੱਥੇ ਜਾ ਕੇ। 1986 ਦੇ ਵਿੱਚ ਹੈਬਰੋਨ ਵਿਖੇ 7 ਬੰਦਿਆਂ ਦੀ ਗੁਪਤ ਮੀਟਿੰਗ ਹੋਈ ਤੇ ਫਲਸਤੀਨ ਦੀ ਆਜ਼ਾਦੀ ਵਾਸਤੇ ਸੰਘਰਸ਼ ਕਰਨ ਦਾ ਫੈਸਲਾ ਹੋ ਗਿਆ। ਹਾਲੇ ਹਥਿਆਰਬੰਦ ਯੁੱਧ ਕਰਨ ਦੇ ਕਾਬਲ ਨਹੀਂ। ਬੱਸਾਂ ਤੇ ਪਥਰਾਓ, ਟਾਇਰਾਂ ਨੂੰ ਅੱਗ ਲਾਉਣ ਵਰਗੇ ਕੰਮ ਹੋਣਗੇ। ਇਹਨਾਂ ਦੇ ਵਿੱਚ ਮੁਸਾਬ ਦਾ ਸ਼ਾਂਤ ਚਿੱਤ ਪਿਤਾ ਸ਼ੇਖ ਹਸਨ ਵੀ ਸੀ। ਉਹੀ ਹਮਾਸ ਦਾ ਜਨਮ ਹੋਇਆ ਸੀ। ਹਮਾਸ ਦੇ ਵਿੱਚ ਜਾਨ ਪਾਉਣ ਦੇ ਲਈ ਮੌਕਾ ਚਾਹੀਦਾ ਸੀ, ਮੌਕਾ ਮਿਲ ਗਿਆ। ਪਲਾਸਟਿਕ ਵੇਚਣ ਵਾਲੇ ਇੱਕ ਇਜ਼ਰਾਈਲੀ ਸ਼ਲੋਮੋ ਦਾ ਗਾਜ਼ਾ ਦੇ ਵਿੱਚ ਛੁਰੇ ਦੇ ਨਾਲ ਕਤਲ ਹੋ ਗਿਆ। ਥੋੜ੍ਹੇ ਦਿਨਾਂ ਬਾਅਦ ਗਾਜ਼ਾ ਦੇ ਰੈਫਿਊਜੀ ਕੈਂਪ ਵਿਚਲੇ 4 ਬੰਦੇ ਸੜਕ ਦੀ ਟ੍ਰੈਫਿਕ ਦੁਰਘਟਨਾ ਦੇ ਵਿੱਚ ਮਾਰੇ ਗਏ। ਅਫਵਾਹ ਫੈਲੀ ਕਿ ਸ਼ਲੋਮੋ ਦੇ ਕਤਲ ਦਾ ਬਦਲਾ ਲੈਣ ਦੇ ਲਈ ਯਹੂਦੀਆਂ ਨੇ ਇਹ ਕਾਰਾ ਕੀਤਾ। ਦੰਗੇ ਸ਼ੁਰੂ ਹੋ ਗਏ। ਇੱਕ 17 ਸਾਲਾ ਮੁੰਡੇ ਨੇ ਇਜ਼ਰਾਈਲੀ ਸਿਪਾਹੀ ਉੱਤੇ ਪੈਟਰੋਲ ਬੰਬ ਸੁੱਟਿਆ। ਮੁੰਡਾ ਗੋਲੀ ਦੇ ਨਾਲ ਫੁੰਡ ਦਿੱਤਾ। ਗਾਜ਼ਾ ਦੇ ਵਿੱਚ ਥਾਂ-ਥਾਂ ਲੋਕ ਗਲੀਆਂ ਦੇ ਵਿੱਚ ਨਿਕਲ ਤੁਰੇ। ਹਮਾਸ ਨੇ ਦੰਗਿਆਂ ਨੂੰ ਪੂਰੀ ਸ਼ਹਿ ਦਿੱਤੀ। ਬੱਚੇ ਇਜ਼ਰਾਈਲੀ ਟੈਂਕਾਂ ਉੱਪਰ ਪੱਥਰ ਚਲਾਉਂਦੇ। ਅਜਿਹਾ ਕਰਦਿਆਂ ਦੀਆਂ ਤਸਵੀਰਾਂ ਦੁਨੀਆ ਭਰ ਦੇ ਅਖਬਾਰਾਂ ਦੇ ਵਿੱਚ ਛਪਦੀਆਂ। ਫਲਸਤੀਨ ਦਾ ਜਿਹਾਦ ਵਿਸ਼ਵ ਖਬਰ ਬਣ ਗਿਆ। ਇਜ਼ਰਾਈਲੀਆਂ ਦੀਆਂ ਗੋਲੀਆਂ ਦੇ ਨਾਲ ਮਰੇ ਸ਼ਹੀਦਾਂ ਨੂੰ ਤੁਰੰਤ ਸਕੇ ਸੰਬੰਧੀ ਦਫਨਾ ਦਿੰਦੇ। ਕਿਤੇ ਇਜ਼ਰਾਈਲੀ ਇਹਨਾਂ ਦੇ ਅੰਦਰਲੇ ਅੰਗ ਕੱਢ ਕੇ ਵਰਤ ਨਾ ਲੈਣ, ਵੇਚ ਨਾ ਦੇਣ, ਬਲੈਕ ਨਾ ਕਰ ਲੈਣ।
10 ਸਾਲ ਦੇ ਮੋਸਾਬ ਨੇ ਅਮਜ਼ੋਲੀਆ ਨਾਲ ਰਲ ਕੇ ਇਜ਼ਰਾਈਲੀਆਂ ਦੀ ਬੱਸ ਉੱਪਰ ਪਥਰਾਅ ਕਰਨ ਦੀ ਸੋਚੀ, ਕਿਉਂਕਿ ਵੱਡੀ ਗੱਡੀ ਹੋਣ ਕਰਕੇ ਨਿਸ਼ਾਨਾ ਉੱਕੇਗਾ ਨਹੀਂ। ਹਰੇਕ ਨੇ 2-2 ਪੱਥਰ ਦੋਵਾਂ ਹੱਥਾਂ ਦੇ ਵਿੱਚ ਫੜੇ ਤੇ ਓਟ ਦੇ ਵਿੱਚ ਸ਼ਹਿ ਲਾ ਕੇ ਬੈਠ ਗਏ। ਬੱਸ ਹਰ ਰੋਜ਼ ਇੱਕੋ ਟਾਈਮ ਦੇ ਉੱਤੇ ਆਉਂਦੀ। ਡੀਜ਼ਲ ਇੰਜਨ ਦੀ ਆਵਾਜ਼ ਆਈ, ਚੌਕਸ ਹੋ ਗਏ। ਲੰਘਣ ਲੱਗੀ ਤਾਂ ਪਥਰਾਓ ਕਰ ਦਿੱਤਾ, ਜਿਵੇਂ ਕਿ ਕਸ਼ਮੀਰ ਦੇ ਵਿੱਚ ਹੁੰਦਾ ਰਿਹਾ। ਜੰਮੂ ਕਸ਼ਮੀਰ 'ਚ ਆਰਮੀ ਦੇ ਉੱਤੇ ਪੈਂਦੇ ਸੀ ਪੱਥਰ। ਸ਼ੀਸ਼ੇ ਟੁੱਟਣ ਦੀਆਂ ਗੈਂਗਾਂ ਬਣੀਆਂ ਹੋਈਆਂ ਸੀ ਉੱਥੇ। ਤਾਂ ਸ਼ੀਸ਼ਾ ਟੁੱਟਣ ਦੀਆਂ ਆਵਾਜ਼ਾਂ ਤੋਂ ਪੱਕਾ ਹੋ ਗਿਆ ਕਿ ਨਿਸ਼ਾਨੇ ਟਿਕਾਣੇ 'ਤੇ ਲੱਗੇ। ਪਰ ਇਹ ਮੁਸਾਫਰਾਂ ਵਾਲੀ ਬੱਸ ਨਹੀਂ, ਹਥਿਆਰਬੰਦ ਫੌਜੀਆਂ ਦੀ ਬੱਸ ਸੀ। ਗੁਸੈਲੇ ਫੌਜੀਆਂ ਨੇ ਬੱਸ ਰੋਕ ਲਈ ਤਾਂ ਮੁੰਡੇ ਲੁਕਣ ਦੇ ਵਾਲੀ ਥਾਂ ਵੱਲ ਭੱਜੇ। ਨਾ ਇਹਨਾਂ ਨੂੰ ਸਿਪਾਹੀ ਦਿਸੇ ਤੇ ਨਾ ਹੀ ਸਿਪਾਹੀਆਂ ਨੂੰ ਮੁੰਡੇ। ਉਹਨਾਂ ਨੇ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤੇ ਮੁੰਡੇ ਅੱਖ ਬਚਾ ਕੇ ਮਸੀਤ ਅੰਦਰ ਜਾ ਵੜੇ। ਨਮਾਜ਼ ਪੜ੍ਹੀ ਜਾ ਰਹੀ ਸੀ ਤੇ ਨਮਾਜ਼ੀਆਂ ਨੂੰ ਕੋਈ ਪਤਾ ਹੀ ਨਹੀਂ ਫਾਇਰਿੰਗ ਕਿਉਂ ਹੋ ਰਹੀ ਹੈ। ਇਹ ਮੁੰਡੇ ਸਭ ਤੋਂ ਪਿਛਲੀ ਕਤਾਰ ਦੇ ਵਿੱਚ ਜਾ ਖਲੋਤੇ। ਨਮਾਜ਼ ਖਤਮ ਹੋਈ ਤਾਂ ਇਮਾਮ ਨੇ ਗੁੱਸੇ ਦੇ ਨਾਲ ਇਹਨਾਂ ਵੱਲ ਦੇਖਿਆ। ਇੰਨੇ ਨੂੰ ਫੌਜੀ ਮਸੀਤ ਦੇ ਵਿੱਚ ਆ ਗਏ ਤੇ ਸਾਰਿਆਂ ਨੂੰ ਮੂੰਹ ਮੂੰਹ ਲੇਟਣ ਦੇ ਲਈ ਕਿਹਾ। ਸ਼ਨਾਖਤ ਹੋਣੀ ਸ਼ੁਰੂ ਹੋ ਗਈ। ਮੁੰਡਿਆਂ ਨੂੰ ਪਸੀਨੇ ਛੁੱਟ ਰਹੇ ਸਨ ਕਿ ਗੋਲੀਆਂ ਮਾਰ ਦੇਣਗੇ, ਪਰ ਕਿਸੇ ਨੂੰ ਕੁਝ ਨਾ ਕਿਹਾ ਗਿਆ। ਸਿਪਾਹੀਆਂ ਨੇ ਪੱਥਰ ਸੁੱਟਦੇ ਬੱਚੇ ਦੇਖੇ ਹੀ ਨਹੀਂ ਸਨ ਤੇ ਉਹਨਾਂ ਦੇ ਖਿਆਲ ਦੇ ਵਿੱਚ ਵੀ ਨਹੀਂ ਆਇਆ ਕਿ ਇੰਨੇ ਛੋਟੇ ਮੁੰਡੇ ਐਡਾ ਕਾਰਾ ਕਰ ਸਕਦੇ ਨੇ। ਦੁੱਬ ਕੇ ਮਾਰ ਕੇ ਫੌਜੀ ਚਲੇ ਗਏ। ਮੁਸਾਬ ਅਤੇ ਸਾਥੀ ਹੋਰ ਹੌਸਲੇ ਦੇ ਵਿੱਚ ਆ ਗਏ ਕਿ ਦੇਖੋ ਕਿੱਡਾ ਵੱਡਾ ਕੰਮ ਕੀਤਾ ਤੇ ਬਚ ਵੀ ਗਏ। ਇੱਕ ਦਿਨ ਫਿਰ ਮੁਸਾਬ ਅਤੇ ਉਸਦੇ ਇੱਕ ਸਾਥੀ ਨੇ ਕਾਰ ਉੱਤੇ ਘਾਤ ਲਾ ਕੇ ਪੱਥਰ ਸੁੱਟੇ। ਪੱਥਰ ਸ਼ੀਸ਼ੇ ਦੇ ਉੱਤੇ ਵੱਜਾ ਤੇ ਬੰਬ ਫਟਣ ਵਰਗੀ ਆਵਾਜ਼ ਆਈ। ਕੁਝ ਦੂਰ ਤੱਕ ਤਾਂ ਕਾਰ ਅੱਗੇ ਵੱਲ ਦੌੜੀ, ਪਰ ਫਿਰ ਜਿਹੜੀ ਬੈਕ ਗੇਅਰ ਪਾ ਕੇ ਡਰਾਈਵਰ ਜਿਹੜਾ ਸੀ ਵਾਪਸ ਲੈ ਆਇਆ। ਮੁਸਾਬ ਕਬਰਿਸਤਾਨ ਵੱਲ ਭੱਜ ਗਿਆ ਤੇ ਉਸਦਾ ਸਾਥੀ ਉਲਟ ਦਿਸ਼ਾ ਦੇ ਵਿੱਚ, ਤਾਂ ਕਿ ਇੱਕ ਤਾਂ ਬਚੇ ਦੋਵਾਂ ਚੋਂ। ਹੱਥ ਦੇ ਵਿੱਚ M16 ਗਨ ਫੜੀ ਇਜ਼ਰਾਈਲੀ ਕਬਰਿਸਤਾਨ ਵੱਲ ਭੱਜਿਆ। ਮੁਸਾਬ ਕਬਰ ਦੇ ਪਰਲੇ ਪਾਸੇ ਲੇਟ ਗਿਆ। ਜਾਣਦਾ ਸੀ ਜਿਉਂ ਸਿਰ ਉੱਪਰ ਚੁੱਕਿਆ ਗੋਲੀ ਪਾਰ ਹੋ ਜਾਏਗੀ। ਹਨੇਰਾ ਪੈਣ ਲੱਗਿਆ। ਇਜ਼ਰਾਈਲੀ ਕਬਰਿਸਤਾਨ ਦੇ ਵਿੱਚ ਵੜਨੋਂ ਡਰਦਾ ਸੀ। ਮੁਸਾਬ ਭੱਜਿਆ, ਖੋਦੀ ਹੋਈ ਕਬਰ ਦੇ ਵਿੱਚ ਜਾ ਡਿੱਗਿਆ। ਇਜ਼ਰਾਈਲੀ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ ਤੇ ਚਲਿਆ ਗਿਆ। ਅੱਧੇ ਘੰਟੇ ਬਾਅਦ ਮੁਸਾਬ ਕਬਰ ਦੇ ਵਿੱਚੋਂ ਬਾਹਰ ਨਿਕਲ ਕੇ ਘਰ ਗਿਆ। ਸ਼ੁਕਰ ਹੈ ਫਿਰ ਬਚ ਗਿਆ ਕਹਿੰਦਾ। ਕੁਝ ਹਫ਼ਤਿਆਂ ਬਾਅਦ ਮੁਸਾਬ ਦੇ ਕੋਲੋਂ ਉਹੀ ਕਾਰ ਲੰਘੀ, ਉਹੀ ਡਰਾਈਵਰ। ਉਸਨੇ ਕਾਰ ਰੋਕ ਲਈ। ਮੁਸਾਬ ਨੂੰ ਪਛਾਣ ਲਿਆ। ਮੁਸਾਬ ਭੱਜਿਆ, ਪਰ ਐਤਕੀ ਦੂਰ ਨਹੀਂ ਜਾ ਸਕਿਆ। ਫੜ ਕੇ ਚਪੇਟ ਜੜੀ ਤੇ ਧੂ ਕੇ ਗੱਡੀ ਦੇ ਵਿੱਚ ਸੁੱਟ ਲਿਆ। ਛਾਉਣੀ ਦੇ ਵਿੱਚ ਲੈ ਗਏ। ਉਸਨੂੰ ਕਿਹਾ ਜੁੱਤੇ ਉਤਾਰ ਕੇ ਜ਼ਮੀਨ ਦੇ ਉੱਤੇ ਬਹਿ ਜਾ। ਬੈਠ ਗਿਆ। ਸੋਚਣ ਲੱਗਾ ਗੋਲੀ ਮਾਰ ਕੇ ਲਾਸ਼ ਖੇਤਾਂ ਦੇ ਵਿੱਚ ਸੁੱਟ ਦੇਣਗੇ। ਹਨੇਰਾ ਪੈਣ ਲੱਗਿਆ ਤਾਂ ਇੱਕ ਸਿਪਾਹੀ ਨੇੜੇ ਆਇਆ। ਕਿਹਾ ਜਾ ਦਫਾ ਹੋ ਜਾ। ਮੁਸਾਬ ਨੇ ਕਿਹਾ ਪਰ ਮੈਂ ਇਕੱਲਾ ਘਰ ਕਿਵੇਂ ਜਾਵਾਂ, ਨਾਲੇ ਮੇਰੇ ਜੁੱਤੇ ਤਾਂ ਦੇ ਦਿਓ। ਸਿਪਾਹੀਆਂ ਨੇ ਕਿਹਾ ਸੁਣੀ ਨਹੀਂ ਗੱਲ ਤੈਂ, ਤੁਰ ਜਾ ਇੱਥੋਂ। ਅੱਗੋਂ ਤੋਂ ਪੱਥਰ ਮਾਰਿਆ ਨਾ, ਗੋਲੀ ਦੇ ਨਾਲ ਫੁੰਡ ਦਿਆਂਗੇ, ਸਮਝਿਆ ਨਾ। ਘਰ ਪੁੱਜਾ ਤਾਂ ਮਾਂ ਨੇ ਛਾਤੀ ਦੇ ਨਾਲ ਘੁੱਟ ਲਿਆ ਤੇ ਰੋਣ ਲੱਗ ਗਈ। ਲੋਕਾਂ ਨੇ ਦੱਸ ਦਿੱਤਾ ਸੀ ਕਿ ਇਜ਼ਰਾਈਲੀ ਕਾਰ ਦੇ ਵਿੱਚ ਸੁੱਟ ਕੇ ਲੈ ਗਏ। ਕਦੀ ਪਥਰਾਅ ਹੁੰਦਾ, ਫੌਜੀ ਉਸਦੇ ਘਰ ਆ ਵੜਦੇ। ਮੁਸਾਬ ਇਸ ਗੱਲ ਦੇ ਉੱਤੇ ਹੈਰਾਨ ਹੋਈ ਜਾਂਦਾ ਕਿ ਕਿਸੇ ਨੇ ਪੱਥਰ ਮਾਰ ਵੀ ਦਿੱਤਾ ਤਾਂ ਇੰਨਾ ਗੁੱਸਾ ਕਰਨ ਦੀ ਕੀ ਲੋੜ ਹੈ। ਕਿੱਡੇ ਭਾਰੇ ਹਥਿਆਰ ਚੁੱਕੀ ਫਿਰਦੇ ਨੇ। ਇੱਕ ਰਾਤ ਜਦੋਂ ਖਾਣਾ ਖਾਣ ਪਿੱਛੋਂ ਗੱਲੀ ਲੱਗੇ ਹੋਏ ਸਨ, ਬੂਹੇ ਤੇ ਉੱਤੇ ਦਸਤਕ ਹੋਈ। ਬੂਹਾ ਖੁੱਲਿਆ। ਇਜ਼ਰਾਈਲੀ ਪੁਲਿਸ ਦੇਖੀ। ਸਿਪਾਹੀ ਨੇ ਪੁੱਛਿਆ ਸ਼ੇਖ ਹਸਨ? ਅੱਬੂ ਨੇ ਕਿਹਾ ਹਾਂ ਸ਼ੇਖ ਹਸਨ। 5 ਮਿੰਟ ਪੁੱਛਗਿੱਛ ਕਰਨੀ ਹੈ, ਸਾਡੇ ਨਾਲ ਛਾਉਣੀ ਜਾਣਾ ਪਏਗਾ। ਲੈ ਗਏ। ਪਰਿਵਾਰ ਸਾਰੀ ਰਾਤ ਉਡੀਕਦਾ ਰਿਹਾ। ਫਿਰ ਰੈੱਡ ਕਰਾਸ ਦੇ ਦਫ਼ਤਰ ਤੋਂ ਜਾਣਕਾਰੀ ਮੰਗੀ। ਰੈੱਡ ਕਰਾਸ ਨੇ ਕਿਹਾ ਕਿ ਯਕੀਨਨ ਇਹ ਗ੍ਰਿਫਤਾਰੀ ਦਾ ਮਾਮਲਾ ਹੈ, ਪਰ ਸਾਨੂੰ ਕੁਝ ਨਹੀਂ ਉਹ ਦੱਸਦੇ ਨੇ। ਇੰਨਾ ਪਤਾ ਲੱਗਿਆ ਕਿ ਹਮਾਸ ਦਾ ਅਹਿਮ ਮੈਂਬਰ ਹੋਣ ਕਾਰਨ ਬੁਰੀ ਤਰ੍ਹਾਂ ਤਸ਼ੱਦਦ ਕੀਤਾ। ਅਰਬਾਂ ਦੇ ਕੋਲ ਹਥਿਆਰ ਨਹੀਂ ਸਨ। ਇੱਕ ਬੰਦੇ ਨੇ 3 ਇਜ਼ਰਾਈਲੀ ਚਾਕੂ ਦੇ ਨਾਲ ਮਾਰ ਦਿੱਤੇ। ਲੱਗਦਾ ਸੀ ਕਿ ਅਬੂ ਦੀ ਗ੍ਰਿਫਤਾਰੀ ਦੇ ਨਾਲ ਗੜਬੜ ਰੁਕ ਜਾਏਗੀ। ਇਹ ਵੱਧ ਗਈ। ਹਮਾਸ ਇੰਨੀ ਮਜ਼ਬੂਤ ਹੁੰਦੀ ਗਈ ਕਿ ਯਾਸਰ ਅਰਾਫਾਤ ਦੀ PLO ਫਲਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ ਜਿਹਨੂੰ ਕਿਹਾ ਜਾਂਦਾ ਹੈ,
ਨਾਲ ਮੁਕਾਬਲਾ ਹੋਣ ਲੱਗ ਗਿਆ। PLO ਸ਼ਰਈ ਮੁਸਲਮਾਨਾਂ ਦੀ ਜਥੇਬੰਦੀ ਨਹੀਂ ਸੀ, ਇਸ ਦੇ ਵਿੱਚ ਕਮਿਊਨਿਸਟ ਵੀ ਸਨ। ਮੁਸ਼ਫੁੱਟ ਗੱਭਰੂਆਂ ਤੋਂ ਸਾਲ ਦੇ ਵਿੱਚ 1-2 ਵਾਰ ਹਿੰਸਕ ਵਾਰਦਾਤਾਂ ਕਰਵਾ ਦਿੰਦੇ ਤਾਂ ਕਿ ਫੰਡ ਇਕੱਠਾ ਕਰ ਸਕਣ। ਇਸ ਜਥੇਬੰਦੀ ਦੇ ਲੀਡਰ ਆਪਣੇ ਨਿੱਜੀ ਬੈਂਕ ਖਾਤਿਆਂ ਦੇ ਵਿੱਚ ਦਾਨ ਰਾਸ਼ੀ ਜਮ੍ਹਾਂ ਕਰਵਾਉਂਦੇ ਤੇ ਕੋਈ ਹਿਸਾਬ ਨਹੀਂ ਮੰਗ ਸਕਦਾ ਉਹਨਾਂ ਤੋਂ। ਹਮਾਸ ਅਤੇ PLO ਵਿੱਚ ਟੱਕਰ ਹੋਣੀ ਸ਼ੁਰੂ ਹੋ ਗਈ। ਹਮਾਸ ਦਾ ਲੀਡਰ ਬਿਆਨ ਦਿੰਦਾ, ਫਲਾਣੇ ਦਿਨ ਹੜਤਾਲ ਹੋਵੇਗੀ, ਜਿਸਨੇ ਦੁਕਾਨ ਖੋਲੀ ਕਿਸੇ ਨੇ ਵੀ ਨਾ ਤਾਂ ਫੂਕ ਦਿਆਂਗੇ। PLO ਵੱਲੋਂ ਬਿਆਨ ਆਉਂਦਾ ਹੈ, ਇਸ ਦਿਨ ਜਿਸਨੇ ਦੁਕਾਨ ਬੰਦ ਕੀਤੀ ਫੂਕ ਦਿਆਂਗੇ। ਜਿੱਦਾਂ ਅੰਮ੍ਰਿਤਪਾਲ ਉਹਨਾਂ ਨੇ ਆਪਣਾ ਇੱਕ ਬੰਦਾ ਕੁੱਟਿਆ ਸੀ ਨਾ। ਤੇ ਪਰਿਵਾਰ ਦੇ ਵਿੱਚ ਇੱਕੋ ਕਮਾਊ ਮੈਂਬਰ ਸੀ, ਤਨਖਾਹ ਬਿਨਾਂ ਗੁਜ਼ਾਰਾ ਕਿਵੇਂ ਚੱਲੇ ਭਾਈ। ਮੁਸਾਬ ਦੀ ਮਾਂ ਮਸਤੀ ਤੋਂ ਸਸਤੀ ਸਬਜ਼ੀ ਖਰੀਦਦੀ ਹੋਈ ਦੁਕਾਨਦਾਰ ਨੂੰ ਆਖਦੀ, ਪਸ਼ੂਆਂ ਵਾਸਤੇ ਲਿਜਾਣੀ ਹੈ। ਚਾਚਿਆਂ ਗਵਾਂਢੀਆਂ ਨੇ ਕੋਈ ਸਹਾਇਤਾ ਨਹੀਂ ਕੀਤੀ ਕਿਉਂ ਉਹਨਾਂ ਦੇ ਖਿਆਲ ਦੇ ਵਿੱਚ ਉਹਨਾਂ ਕੋਲ ਕਾਹਦਾ ਘਾਟਾ ਹੈ। ਪਿਤਾ ਦੇ ਇੱਕ ਦੋਸਤ ਤੋਂ ਮਾਂ ਨੇ ਜਿਹੜਾ ਉਧਾਰ ਪੈਸੇ ਮੰਗੇ, ਦੇਣੇ ਤਾਂ ਕਿੱਥੇ ਸਨ। ਲੋਕਾਂ ਨੂੰ ਦੱਸਣ ਲੱਗ ਗਿਆ, ਸ਼ੇਖ ਹਸਨ ਦੀ ਬੀਵੀ ਪੈਸੇ ਮੰਗਣ ਆਈ ਸੀ, ਉਹ ਖਾਵੰਦ ਦੀ ਗ੍ਰਿਫਤਾਰੀ ਤੋਂ ਫਾਇਦਾ ਉਠਾਉਣਾ ਚਾਹੁੰਦੀ ਹੈ। ਆਖਰ ਮਾਂ ਨੇ ਮੁਸਾਬ ਨੂੰ ਕਿਹਾ, ਸਕੂਲੋਂ ਆ ਕੇ ਅਤੇ ਛੁੱਟੀ ਵਾਲੇ ਦਿਨ ਤੂੰ ਇੱਥੇ ਨੇੜੇ ਫੈਕਟਰੀ ਦੇ ਦਰਵਾਜ਼ੇ ਤੇ ਪਕੌੜੇ ਵੇਚ ਆਇਆ ਕਰ, ਮੈਂ ਘਰ ਬਣਾ ਕੇ ਦੇ ਦਿਆ ਕਰਾਂਗੀ। ਪਹਿਲਾਂ ਤਾਂ ਮੁਸਾਬ ਨੂੰ ਕੁਝ ਸੰਗ ਲੱਗੀ, ਪਰ ਫਿਰ ਸਭ ਠੀਕ ਹੁੰਦਾ ਗਿਆ। ਇੱਕ ਦਿਨ ਚਾਚਾ ਇਬਰਾਹਿਮ ਉਧਰੋਂ ਆਪਣੇ ਦੋਸਤਾਂ ਦੇ ਨਾਲ ਲੱਗਿਆ ਜਦੋਂ ਮੁਸਾਬ ਕਾਰਾਂ ਦੇ ਵਿੱਚ ਬੈਠੇ ਲੋਕਾਂ ਨੂੰ ਪਕੌੜੇ ਵੇਚ ਰਿਹਾ ਸੀ। ਚਾਚਾ ਲੋਹਾ ਲਾਖਾ ਹੋ ਗਿਆ, ਕਿਹਾ, ਲਿਆ ਸਾਰੇ ਪਕੌੜੇ ਮੈਨੂੰ ਦੇ, ਬਣਦੇ ਪੈਸੇ ਤਾਂ ਦੇ ਦਿੱਤੇ, ਪਰ ਉਸਦੀ ਮਾਂ ਨੂੰ ਫਟਕਾਰਾਂ ਪਾਉਣ ਲੱਗ ਗਿਆ ਕਿ ਤੂੰ ਖਾਨਦਾਨ ਦੀ ਬੇਇੱਜ਼ਤੀ ਕਰਵਾ ਰਹੀ ਹੈ। ਮਾਂ ਦੇਰ ਤੱਕ ਰੋਂਦੀ ਰਹੀ। ਮਦਦ ਕਰਨੀ ਤਾਂ ਦਰਕਿਨਾਰ, ਰੋਟੀ ਖਾਂਦੇ ਜਿਹੜਾ ਬਰਦਾਸ਼ਤ ਨਹੀਂ ਹੁੰਦੇ ਅਸੀਂ। 1.5 ਸਾਲ ਬਾਅਦ ਸ਼ੇਖ ਹਸਨ ਦੀ ਰਿਹਾਈ ਹੁੰਦੀ ਹੈ। ਅਖਬਾਰਾਂ ਨੇ ਵੱਡੀਆਂ ਸੁਰਖੀਆਂ ਲਾਈਆਂ, ਜਿਵੇਂ ਫਲਸਤੀਨ ਦਾ ਬਾਦਸ਼ਾਹ ਹੋਵੇ ਬਾਹਰ ਆਇਆ, ਵਧਾਈਆਂ ਦਾ ਹੜ੍ਹ ਆ ਗਿਆ। ਲੋਕ ਮੁਸਾਬ ਅਤੇ ਭਾਈਆਂ ਦਾ ਇਹੋ ਆਦਰ ਕਰਦੇ ਜਿਵੇਂ ਸ਼ਹਿਜ਼ਾਦੀਆਂ ਹੋਣ। ਦੋਵੇਂ ਨੌਕਰੀਆਂ ਬਹਾਲ ਹੋ ਗਈਆਂ। ਘਰ ਦੇ ਵਿੱਚ ਖੁਸ਼ੀਆਂ ਖੇੜੇ ਪਰਤ ਆਏ। 2 ਸਾਲ ਬਾਅਦ ਫਿਰ ਪੁਲਿਸ ਆਈ ਤੇ ਸ਼ੇਖ ਹਸਨ ਨੂੰ ਲੈ ਗਈ। 6 ਮਹੀਨਿਆਂ ਬਾਅਦ ਰਿਹਾ ਹੋ ਗਿਆ। ਗ੍ਰਿਫਤਾਰੀ ਦੇ ਦੌਰਾਨ ਜਿਹੜੇ ਲੋਕ ਪਰੇ ਮੂੰਹ ਕਰਕੇ ਲੰਘ ਜਾਂਦੇ ਸਨ, ਉਹੀ ਬਾਅਦ ਦੇ ਵਿੱਚ ਵਧਾਈਆਂ ਦੇਣ ਆ ਜਾਂਦੇ। ਮੁਸਾਬ ਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਜ਼ਰਾਈਲੀਆਂ ਤੋਂ ਡਰਦੇ ਅਜਿਹਾ ਵਰਤਾਰਾ ਕਰਦੇ ਸਨ ਤਾਂ ਕਿ ਸਰਕਾਰ ਅੱਤਵਾਦੀਆਂ ਦੇ ਪਰਿਵਾਰਾਂ ਦੀ ਮਦਦ ਕਰਨ ਵਾਲਿਆਂ ਨੂੰ ਨਾ ਕਿਤੇ ਧਰ ਦਬੋਚੇ। ਪਰ ਇਹ ਤਾਂ ਅੱਤਵਾਦੀ ਨਹੀਂ ਸਨ। ਹਮਾਸ ਦੇ ਵਰਕਰਾਂ ਕੋਲ ਹਥਿਆਰ ਹੀ ਨਹੀਂ ਸਨ। ਅਗਸਤ 1990 ਦੇ ਵਿੱਚ ਫਿਰ ਤੀਜੀ ਵਾਰ ਸ਼ੇਖ ਨੂੰ ਗ੍ਰਿਫਤਾਰ ਕਰ ਲਿਆ। ਉਹ ਉਦੋਂ ਜੇਲ੍ਹ ਦੇ ਵਿੱਚ ਬੰਦੀ ਸੀ ਜਦੋਂ ਸਦਾਮ ਹੁਸੈਨ ਨੇ ਕੁਵੈਤ ਦੇ ਉੱਤੇ ਕਬਜ਼ਾ ਕਰ ਲਿਆ। ਸਾਰੇ ਫਲਸਤੀਨੀ ਖੁਸ਼ ਹੋ ਗਏ, ਹੁਣ ਸਦਾਮ ਇਜ਼ਰਾਈਲ ਦਾ ਸਿਰ ਭੰਨੇਗਾ ਹੀ। ਸਾਡਾ ਭਰਾ ਹੈ ਨਾ, ਆਖਰ ਫਲਸਤੀਨ ਆਜ਼ਾਦ ਹੋ ਜਾਵੇਗਾ। ਬੱਚੇ ਘਰਾਂ ਦੀਆਂ ਛੱਤਾਂ ਦੇ ਉੱਤੇ ਚੜ੍ਹ ਕੇ ਸਦਾਮ ਦੀਆਂ ਤਲ ਅਵੀਵ ਸ਼ਹਿਰ ਉੱਪਰ ਡਿੱਗਦੀਆਂ ਮਿਜ਼ਾਈਲਾਂ ਦੇਖਣ ਲਈ ਖਲੋਤੇ ਰਹਿੰਦੇ, ਪਰ ਕੋਈ ਮਿਜ਼ਾਈਲ ਨਹੀਂ ਡਿੱਗੀ। ਮੁਸਾਬ ਨੇ TV ਦੇਖਦਿਆਂ ਖਬਰ ਸੁਣੀ ਕਿ UNO ਨੇ ਸਦਾਮ ਨੂੰ ਕੁਵੈਤ ਦੇ ਵਿੱਚੋਂ ਬਾਹਰ ਖਦੇੜ ਦਿੱਤਾ। ਇਹ ਕੀ ਹੋ ਗਿਆ? ਅਬੂ ਅਜੇ ਜੇਲ੍ਹ ਦੇ ਵਿੱਚ ਹੈ। ਇਰਾਕ ਨੇ ਜੰਗ ਬੰਦ ਕਿਉਂ ਕਰ ਦਿੱਤੀ ਹੈ? ਇਜ਼ਰਾਈਲੀਆਂ ਨੂੰ ਖਦੇੜਨਾ ਤਾਂ ਬਹੁਤ ਜ਼ਰੂਰੀ ਸੀ। 1992 ਦੇ ਵਿੱਚ ਸ਼ੇਖ ਰਿਹਾ ਹੋਇਆ। ਮੁਸਾਬ ਦੀ ਮਾਂ ਨੇ ਖਾਵੰਦ ਨੂੰ ਕਿਹਾ, ਆਪਣੇ ਘਰ ਵਾਲੇ ਨੂੰ, ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਮਾਲਕ ਮਕਾਨ ਬਦਤਮੀਜ਼ ਹੋ ਜਾਂਦਾ ਹੈ। ਮੇਰੇ ਗਹਿਣੇ ਵੇਚ ਕੇ ਗੁਜ਼ਾਰੇ ਜੋਗਾ ਮਕਾਨ ਲੈ ਲਈਏ। ਸ਼ੇਖ ਕਰਜ਼ਾ ਲੈ ਕੇ ਮਕਾਨ ਲੈ ਲੈਂਦਾ ਤਾਂ ਕਿਸ਼ਤਾਂ ਟੁੱਟ ਜਾਂਦੀਆਂ, ਕਿਉਂਕਿ ਪਤਾ ਫਿਰ ਕਦੋਂ ਗ੍ਰਿਫਤਾਰੀ ਹੋ ਜਾਵੇ। ਗੁਜ਼ਾਰੇ ਜੋਗਾ ਫਲੈਟ ਲੈ ਲਿਆ ਤੇ ਮੁਸਾਬ 14 ਸਾਲ ਦਾ ਹੋ ਗਿਆ। ਨਵੇਂ ਘਰ ਆਇਆ, ਥੋੜ੍ਹਾ ਸਮਾਂ ਬਿਤਾਇਆ, ਸ਼ੇਖ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ। ਹਮਾਸ ਹਥਿਆਰਬੰਦ ਹੋਣ ਲੱਗ ਪਈ। ਵਾਰਦਾਤਾਂ ਵਧਣ ਲੱਗ ਗਈਆਂ। ਸ਼ੱਕ ਦੇ ਆਧਾਰ ਦੇ ਉੱਤੇ ਕਿਸੇ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਸੀ। ਸਬੂਤਾਂ ਦੀ ਲੋੜ ਨਹੀਂ। ਫਲਸਤੀਨੀ ਪਥਰਾਓ ਕਰਦੇ, ਇਜ਼ਰਾਈਲੀ ਗੋਲੀਆਂ ਦੇ ਨਾਲ ਉਹਨਾਂ ਨੂੰ ਭੁੰਨ ਦਿੰਦੇ। ਇਸ ਹਾਲਤ ਦੇ ਵਿੱਚ ਚੁਫੇਰਿਓਂ ਜਹਾਦ ਦੀਆਂ ਆਵਾਜ਼ਾਂ ਆਉਂਦੀਆਂ। ਹਮਾਸ ਦੇ ਉੱਤੇ ਕਿਸੇ ਦਾ ਕੰਟਰੋਲ ਨਹੀਂ ਸੀ ਰਿਹਾ। ਸਥਾਨਕ ਆਗੂ ਫੈਸਲੇ ਕਰਦੇ, ਹਮਲੇ ਕਰਦੇ। ਗਾਜ਼ਾ ਪੱਟੀ ਵਿੱਚ 10 ਲੱਖ ਰਿਫਿਊਜੀ ਸਨ। ਇਹਨਾਂ ਦੇ ਕੋਲ ਗਵਾਉਣ ਦੇ ਲਈ ਤਾਂ ਕੁਝ ਨਹੀਂ ਸੀ। ਇਹਨਾਂ ਦੇ ਵਿੱਚੋਂ ਹਮਾਸ ਦੇ ਲਈ ਭਰਤੀ ਆਸਾਨ ਕੰਮ ਸੀ।
ਇਮਾਦ ਨਾਮ ਦੇ ਮੁੰਡੇ ਨੇ ਕਿਧਰਿਓਂ ਬੰਦੂਕ ਲੈ ਲਈ, ਜਿਸ ਦੇ ਨਾਲ ਇੱਕ ਇਜ਼ਰਾਈਲੀ ਸਿਪਾਹੀ ਮਾਰ ਕੇ ਉਸਦੇ ਹਥਿਆਰ ਖੋਹ ਸਕੇ। ਨਿੱਕਾ ਜਿਹਾ ਹਥਿਆਰਬੰਦ ਦਸਤਾ ਬਣ ਗਿਆ। ਲੀਡਰਾਂ ਨੇ ਹਮਾਸ ਦੇ ਵਿੱਚ ਲੜਾਕੂ ਵਿੰਗ ਥਾਪ ਕੇ ਇਮਾਦ ਨੂੰ ਕਮਾਂਡਰ ਬਣਾ ਦਿੱਤਾ ਤੇ ਉਹ ਕਿਸੇ ਅੱਗੇ ਜਵਾਬ ਦੇ ਨਹੀਂ ਸੀ। 13 ਦਸੰਬਰ 1992 ਨੂੰ ਤਲ ਅਵੀਵ ਨੇੜੇ ਇੱਕ ਇਜ਼ਰਾਈਲੀ ਸਿਪਾਹੀ ਨੂੰ ਅਗਵਾ ਕਰ ਲਿਆ ਗਿਆ ਤੇ ਹਮਾਸ ਨੇ ਆਪਣੇ ਨੇਤਾ ਸ਼ੇਖ ਅਹਿਮਦ ਯਾਸੀਨ ਦੀ ਇਸ ਬਦਲੇ ਰਿਹਾਈ ਮੰਗੀ। ਇਜ਼ਰਾਈਲ ਨੇ ਨਾ ਕਰਤੀ। 2 ਦਿਨਾਂ ਬਾਅਦ ਸਿਪਾਹੀ ਦੀ ਲਾਸ਼ ਮਿਲੀ। ਇਜ਼ਰਾਈਲ ਨੇ ਹਮਾਸ ਦੀ ਕਮਰ ਤੋੜਨ ਦਾ ਫੈਸਲਾ ਕਰ ਲਿਆ। 1600 ਮੈਂਬਰ ਗ੍ਰਿਫਤਾਰ ਕੀਤੇ। 415 ਲੀਡਰ ਦੇਸ਼ ਤੋਂ ਬਾਹਰ ਦੀਆਂ ਜੇਲ੍ਹਾਂ ਦੇ ਵਿੱਚ ਲੈ ਗਏ। ਸ਼ੇਖ ਹਸਨ ਵੀ ਇਹਨਾਂ ਦੇ ਵਿੱਚੋਂ ਇੱਕ ਸੀ। ਉਸਦੇ 3 ਭਰਾ ਵੀ। 6 ਮਹੀਨਿਆਂ ਬਾਅਦ ਖਬਰ ਮਿਲੀ ਕਿ 101 ਜਲਾਵਤਨੀ ਰਿਹਾ ਕੀਤੇ ਜਾ ਰਹੇ ਨੇ। ਇਹਨਾਂ ਦੇ ਵਿੱਚ ਸ਼ੇਖ ਹਸਨ ਨਹੀਂ ਸੀ। ਅਗਲੇ 3 ਮਹੀਨਿਆਂ ਬਾਅਦ ਸਾਰੇ ਬੰਦੀ ਰਿਹਾ ਕਰ ਦਿੱਤੇ। ਆਪੋ ਆਪਣੇ ਰਿਸ਼ਤੇਦਾਰਾਂ ਨੂੰ ਲੋਕ ਲੈਣ ਗਏ ਹੋਏ ਸਨ। ਸਭ ਆ ਗਏ, ਸ਼ੇਖ ਹਸਨ ਨਹੀਂ ਆਇਆ। ਅੱਧੀ ਰਾਤ ਤੱਕ ਪਰਿਵਾਰ ਉਡੀਕਦਾ ਰਿਹਾ, ਕੋਈ ਪਤਾ ਨਾ ਲੱਗਿਆ। ਰਿਹਾਈ ਹੋਣ ਵਾਲੇ ਬੰਦਿਆਂ ਨੂੰ ਵੀ ਉਸ ਦਾ ਪਤਾ ਨਹੀਂ। ਬਾਅਦ ਦੇ ਵਿੱਚ ਵਕੀਲਾਂ ਨੇ ਪਤਾ ਕੀਤਾ। ਰਿਹਾਈ ਹੋਣ ਸਾਰ ਮੁੜ ਸ਼ੇਖ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। 9 ਸਤੰਬਰ 1993 ਨੂੰ ਯਾਸਰ ਅਰਾਫਾਤ ਨੇ ਇਜ਼ਰਾਈਲ ਦੇ ਨਾਲ ਸੁਲ੍ਹਾ ਕਰ ਲਈ ਤੇ ਪ੍ਰਧਾਨ ਮੰਤਰੀ ਰਾਬਿਨ ਨੂੰ ਖਤ ਲਿਖ ਦਿੱਤਾ। ਇਜ਼ਰਾਈਲ ਸਟੇਟ ਨੂੰ ਕਾਇਮ ਰਹਿਣ ਦਾ ਹਰ ਹੱਕ ਹੈ ਤੇ ਮੈਂ ਆਤੰਕਵਾਦ ਕਹਿੰਦਾ ਕਿ ਟੈਰਰਿਜ਼ਮ ਸਮੇਤ ਹਰ ਕਿਸਮ ਦੀ ਹਿੰਸਾ ਦੀ ਨਿਖੇਧੀ ਕਰਦਾ ਹਾਂ। ਅੱਤਵਾਦੀ ਜਿਹੜੀ ਹੈ ਨਿਖੇਧੀ ਕਰਦਾ ਹੈ। ਇਸ ਬਦਲੇ ਰਾਬਿਨ ਨੇ ਕਿਹਾ PLO ਫਲਸਤੀਨੀ ਲੋਕਾਂ ਦੀ ਸਹੀ ਪ੍ਰਤੀਨਿਧ ਜਥੇਬੰਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਨੇ PLO ਉੱਪਰੋਂ ਪਾਬੰਦੀ ਹਟਾ ਲਈ। 13 ਸਤੰਬਰ ਨੂੰ ਦੁਨੀਆ ਨੇ ਵਾਈਟ ਹਾਊਸ ਦੇ ਵਿੱਚ ਅਰਾਫਾਤ ਤੇ ਰਾਬਿਨ ਹੱਥ ਮਿਲਾਉਂਦਿਆਂ ਦੀ ਤਸਵੀਰ ਦੇਖੀ। ਜਲਾਵਤਨੀ ਖਤਮ ਹੋਈ। ਅਰਾਫਾਤ ਤੁਨੀਸੀਆ ਤੋਂ ਫਲਸਤੀਨ ਪਰਤ ਗਿਆ। ਸ਼ੇਖ ਹਸਨ ਨੂੰ ਅਰਾਫਾਤ ਤੇ ਰਾਬਿਨ ਦੇ ਉੱਤੇ ਕੋਈ ਭਰੋਸਾ ਨਹੀਂ ਸੀ। ਕੁਝ ਨੇਤਾ ਇਸ ਕਰਕੇ ਵੀ ਇਸ ਸੰਧੀ ਵਿਰੁੱਧ ਸਨ ਕਿ ਇਸ ਦੇ ਨਾਲ ਤਾਂ ਅਮਨ ਪਰਤ ਆਏਗਾ। ਫਿਰ ਹਮਾਸ ਕੀ ਕਰੇਗਾ? ਫਿਰ ਰੋਲਾ ਰੱਪਾ ਕਿੱਦਾਂ ਰਹੇਗਾ? ਜਿੱਥੇ ਕਮਾਈਆਂ ਕਿੱਥੋਂ ਹੋਣਗੀਆਂ? ਜਿੱਥੇ ਹਰੇਕ ਦੀ ਵੱਖੋ ਵੱਖਰੀ ਤੂਤੀ ਹੋਵੇ ਉੱਥੇ ਅਮਨ ਕਿਵੇਂ ਸਥਿਰ ਜਿਹੜਾ ਹੋ ਸਕਦਾ ਹੈ? ਛੁੱਟ-ਪੁੱਟ ਹਿੰਸਕ ਵਾਰਦਾਤਾਂ ਜਾਰੀ ਰਹੀਆਂ, ਛੋਟੀਆਂ-ਮੋਟੀਆਂ। 25 ਫਰਵਰੀ 1994 ਨੂੰ ਵੱਡੀ ਵਾਰਦਾਤ ਹੋਈ। ਰਮਜ਼ਾਨ ਦੇ ਮਹੀਨੇ ਜਦੋਂ ਮੁਸਲਮਾਨ ਅਲ ਹਰਮ ਮਸਜਿਦ ਦੇ ਵਿੱਚ ਹੈਬਰੋ ਵਿਖੇ ਨਮਾਜ਼ ਪੜ੍ਹ ਰਹੇ ਸਨ ਤਾਂ ਗੋਲਡ ਸਟੀਨ ਨਾਂ ਦਾ ਅਮਰੀਕਾ ਦੇ ਵਿੱਚ ਜੰਮਿਆ ਯਹੂਦੀ ਡਾਕਟਰ ਬੰਦੂਕ ਲੈ ਕੇ ਮਸਜਿਦ ਦੇ ਵਿੱਚ ਦਾਖਲ ਹੋ ਗਿਆ। ਇਸ ਮਸਜਿਦ ਦੇ ਵਿਹੜੇ ਦੇ ਵਿੱਚ ਆਦਮ ਈਵ ਅਬਰਾਹਮ ਸਰਹਾ ਇਸਹਾਕ ਰਿਬੇਕਾ ਯਾਕੂਬ ਲਈ ਪੈਗੰਬਰਾਂ ਅਤੇ ਉਹਨਾਂ ਦੀਆਂ ਬੀਵੀਆਂ ਦੀਆਂ ਕਬਰਾਂ ਨੇ। ਅਕਾਰਨ ਉਸਨੇ ਅੰਧਾਧੁੰਦ ਫਾਇਰਿੰਗ ਖੋਲ੍ਹ ਦਿੱਤੀ। 29 ਫਲਸਤੀਨੀ ਮਾਰ ਦਿੱਤੇ। 100 ਤੋਂ ਵੱਧ ਜ਼ਖਮੀ ਹੋਏ। ਗੁੱਸੇ ਦੇ ਵਿੱਚ ਆਈ ਭੀੜ ਨੇ ਹਮਲਾਵਰ ਕੁੱਟ-ਕੁੱਟ ਕੇ ਮਾਰ ਦਿੱਤਾ। ਮਸਜਿਦ ਦੇ ਵਿੱਚੋਂ ਇੱਕ ਲਾਸ਼ ਬਾਹਰ ਲਿਜਾਈ ਜਾਂਦੀ TV ਦੇ ਵਿੱਚ ਦਿਖਾਈ ਗਈ। ਫਲਸਤੀਨੀ ਲੋਕ ਸੁੰਨ ਹੋ ਗਏ। ਹਮਾਸ ਕੜਕੀ, ਇਸ ਕਤਲੇਆਮ ਦਾ ਬਦਲਾ ਲਵਾਂਗੇ। ਹਮਲਾਵਰ ਇਜ਼ਰਾਈਲੀ ਫੌਜ ਦੀ ਵਰਦੀ ਦੇ ਵਿੱਚ ਸੀ। ਸਮਝਿਆ ਗਿਆ ਕਿ ਸਰਕਾਰ ਨੇ ਕਾਰਾ ਕਰਵਾਇਆ। 6 ਅਪ੍ਰੈਲ ਨੂੰ ਕਾਰ ਦੇ ਵਿੱਚ ਬੰਬ ਫਟਿਆ। 8 ਮਰੇ, 44 ਜ਼ਖਮੀ ਹੋਏ। ਉਸੇ ਦਿਨ ਹਮਾਸ ਨੇ 2 ਇਜ਼ਰਾਈਲੀ ਮਾਰੇ, 4 ਜ਼ਖਮੀ ਹੋਏ। 13 ਅਪ੍ਰੈਲ ਨੂੰ ਪਹਿਲਾ ਮਨੁੱਖੀ ਬੰਬ ਫਟਿਆ। ਇਸੇ ਦਿਨ ਸ਼ੇਖ ਹਸਨ ਰਿਹਾ ਹੋ ਗਿਆ। ਉਪਰੰਤ ਥਾਂ-ਥਾਂ ਧਮਾਕੇ ਹੋਏ। ਸ਼ੇਖ ਨੇ ਕਿਹਾ ਇਹ ਹੈਬਰੋ ਦੁਰਘਟਨਾ ਦੇ ਫਲ ਹਨ। ਇਜ਼ਰਾਈਲ ਦੇ ਵਿੱਚ ਸਮਾਜ ਸੇਵੀ ਜਥੇਬੰਦੀ ਜ਼ਾਕਾ ਦੇ ਵਲੰਟੀਅਰ ਜਿਹੜੇ ਸਨ ਪੀਲੀਆਂ ਵਰਦੀਆਂ ਪਾ ਕੇ ਦੁਰਘਟਨਾ ਵਾਲੀ ਥਾਂ ਆਉਂਦੇ ਆ। ਖਿਲਰੀਆਂ ਲੱਤਾਂ ਬਾਹਾਂ ਸਿਰਾਂ ਨੂੰ ਇਕੱਠਾ ਕਰਦੇ ਆ। ਫਿਰ ਇਹਨਾਂ ਅੰਗਾਂ ਨੂੰ ਮ੍ਰਿਤਕਾਂ ਦੇ ਸਰੀਰ ਦੇ ਨਾਲ ਜੋੜ ਕੇ ਦਫਨ ਵਾਸਤੇ ਰਿਸ਼ਤੇਦਾਰਾਂ ਨੂੰ ਦੇ ਦਿੰਦੇ ਆ। ਸਮਾਜ ਸੇਵੀ ਆਖਦੇ ਆ ਆਪਣੇ ਮ੍ਰਿਤਕ ਪਿਆਰਿਆਂ ਨੂੰ ਦੇਖਣ ਨਾ ਜਾਓ। ਉਹਨਾਂ ਦੀ ਜਿਉਂਦੇ ਜੀ ਦੀ ਤਸਵੀਰ ਤੁਹਾਡੀ ਯਾਦ ਦੇ ਵਿੱਚ ਰਹਿਣੀ ਚਾਹੀਦੀ ਹੈ, ਪਰ ਕੌਣ ਰੁਕਦਾ ਹੈ? ਯਾਇਆ ਅਸ਼ਜ ਬੰਬ ਬਣਾਉਣ ਦਾ ਮਾਹਰ ਸੀ। ਉਹ ਕੋਈ ਕੱਟੜਪੰਥੀ ਅੱਤਵਾਦੀ ਨਹੀਂ ਸੀ। ਇੰਜੀਨੀਅਰਿੰਗ ਦਾ ਵਿਦਿਆਰਥੀ ਵਿਦੇਸ਼ ਜਾ ਕੇ ਪੜ੍ਹਨਾ ਚਾਹੁੰਦਾ ਸੀ। ਇਜ਼ਰਾਈਲ ਨੇ ਆਗਿਆ ਨਹੀਂ ਦਿੱਤੀ। ਕ੍ਰੋਧ ਦੇ ਵਿੱਚ ਆ ਗਿਆ ਤੇ ਬੰਬ ਬਣਾਉਣ ਲੱਗ ਪਿਆ। ਇਹ ਫਲਸਤੀਨੀਆਂ ਦਾ ਹੀਰੋ ਬਣ ਗਿਆ। ਇਜ਼ਰਾਈਲ ਸਰਕਾਰ ਉਸ ਦੀ ਤਲਾਸ਼ ਦੇ ਵਿੱਚ ਸੀ। ਵੱਖ-ਵੱਖ ਧਮਾਕਿਆਂ ਦੇ ਦੌਰਾਨ ਯਾਇਆ ਨੇ 39 ਬੰਦੇ ਮਾਰੇ ਤੇ ਮੋਸਾਬ
ਨੂੰ ਇਹ ਖਬਰਾਂ ਸੁਣ ਕੇ ਜੋਸ਼ ਵੀ ਆਉਂਦਾ, ਸਵਾਦ ਵੀ ਆਉਂਦਾ। ਯਾਸਰ ਅਰਾਫਾਤ ਨੇ ਕੁਵੈਤ ਉੱਪਰ ਹਮਲੇ ਵੇਲੇ ਇਰਾਕ ਦੀ ਹਮਾਇਤ ਦੇ ਵਿੱਚ ਬਿਆਨ ਦੇ ਦਿੱਤਾ, ਜਿਸ ਦੇ ਨਾਲ ਅਮਰੀਕਾ ਤੇ ਅਰਬ ਦੇਸ਼ ਉਸ ਤੋਂ ਪਰੇ ਹਟ ਗਏ। ਅਰਾਫਾਤ ਨੂੰ ਫੰਡ ਦੇਣ ਦੀ ਥਾਂ ਹਮਾਸ ਦੀ ਸਹਾਇਤਾ ਕਰਨ ਲੱਗ ਗਏ। ਹਮਾਸ ਅਰਾਫਾਤ ਦੇ ਵਿਰੁੱਧ ਸੀ ਕਿਉਂਕਿ ਉਸ ਦੀ ਇਜ਼ਰਾਈਲੀ ਵਜ਼ੀਰਾਂ ਦੇ ਨਾਲ ਨੇੜਤਾ ਸੀ। ਜਿਵੇਂ ਸਿੱਖ ਭਾਰਤ ਦੇ ਵਿੱਚ ਰਹਿੰਦਿਆਂ ਕੁਝ ਖੁਦ ਮੁਖਤਿਆਰੀ ਮੰਗਦੇ ਨੇ ਨਾ, ਇਸੇ ਤਰ੍ਹਾਂ ਅਰਾਫਾਤ ਇਜ਼ਰਾਈਲ ਦੇ ਵਿੱਚ ਰਹਿੰਦਿਆਂ ਫਲਸਤੀਨ ਦੇ ਲਈ ਖੁਦ ਮੁਖਤਿਆਰੀ ਜਿਹੜਾ ਮੰਗਦਾ ਸੀ। ਪਰ ਹਮਾਸ ਦਾ ਫੈਸਲਾ ਸੀ ਕਿ ਇਜ਼ਰਾਈਲ 1948 ਤੋਂ ਪਹਿਲਾਂ ਵਾਲੀ ਸਾਰੀ ਧਰਤੀ ਖਾਲੀ ਕਰੇ। ਸ਼ੇਖ ਹਸਨ ਨੂੰ ਮਿਲਣ ਅਰਾਫਾਤ ਰਮੱਲਾ ਨਗਰ ਆ ਗਿਆ। ਪਤਵੰਤਿਆਂ ਨੇ ਉਸ ਦਾ ਸਵਾਗਤ ਕੀਤਾ। ਅਰਾਫਾਤ ਨੇ ਹਮਾਸ ਦੇ ਬਾਨੀਆਂ ਦੇ ਨਾਲ ਹੱਥ ਮਿਲਾਇਆ, ਪਰ ਸ਼ੇਖ ਹਸਨ ਦਾ ਹੱਥ ਚੁੰਮਿਆ, ਜਾਣੀ ਕਿ ਉਸ ਨੂੰ ਧਾਰਮਿਕ ਤੇ ਸਿਆਸੀ ਨੇਤਾ ਮੰਨਿਆ। ਇਸ ਪਿੱਛੋਂ ਗਾਜ਼ਾ ਸ਼ਹਿਰ ਦੇ ਵਿੱਚ ਵੀ ਦੋਵਾਂ ਦੀਆਂ ਮੀਟਿੰਗਾਂ ਹੋਈਆਂ, ਪਰ PLO ਦੇ ਅਤੇ ਹਮਾਸ ਦੇ ਵਿੱਚ ਏਕਤਾ ਨਾ ਹੋ ਸਕੀ, ਹੋ ਹੀ ਨਹੀਂ ਸਕਦੀ ਸੀ। ਹਮਾਸ ਇਸਲਾਮ ਦੀ ਪੌੜੀ ਦੇ ਆਖਰੀ ਡੰਡੇ ਦੇ ਉੱਤੇ ਚੜ੍ਹ ਗਿਆ ਸੀ ਤੇ ਕੁਰਾਨ ਉਸ ਨੂੰ ਜਹਾਦ ਕਰਨ ਦੀ ਪ੍ਰੇਰਨਾ ਦਿੰਦਾ ਸੀ। ਸ਼ੇਖ ਹਸਨ ਕਤਲ ਦੀਆਂ ਸਾਜ਼ਿਸ਼ਾਂ ਨਹੀਂ ਰਚਦਾ ਸੀ ਤੇ ਕੰਮ ਜਵਾਨ ਆਪੇ ਕਰਦੇ, ਤੇ ਉਹ ਬਸ ਰੋਕਦਾ ਨਹੀਂ ਸੀ। ਸਰਕਾਰ ਖਾੜਕੂਆਂ ਨੂੰ ਲੱਭ ਨਾ ਸਕਦੀ ਸੀ ਤੇ ਸ਼ੇਖ ਵਰਗੇ ਲੀਡਰਾਂ ਨੂੰ ਜਿਹੜਾ ਸੀ ਫੜ ਲੈਂਦੀ ਸੀ। ਹਿੰਸਕ ਵਾਰਦਾਤਾਂ ਵਾਸਤੇ ਕੋਈ ਇੱਕ ਨੇਤਾ ਜ਼ਿੰਮੇਵਾਰ ਨਹੀਂ ਸੀ। ਹਮਾਸ ਦਾ ਕੋਈ ਵਿਧੀ ਵਿਧਾਨ ਨਹੀਂ ਸੀ। ਹਮਾਸ ਕੇਵਲ ਇੱਕ ਖਿਆਲ ਦਾ ਨਾਮ ਸੀ। ਉਸ ਚਪਟੇ ਕੀੜੇ ਫਲੈਟ ਵਰਮ ਵਰਗਾ ਖਿਆਲ ਜਿਸ ਦਾ ਸਿਰ ਕੱਟ ਦਿਓ ਤਾਂ ਥੋੜ੍ਹੀ ਦੇਰ ਬਾਅਦ ਨਵਾਂ ਸਿਰ ਉਗਾਉਂਦਾ ਹੈ। ਜਿਵੇਂ ਕਿ ਆਪਣੇ ਹੁਣ ਹੁੰਦਾ ਹੈ ਕਿ ਕੋਈ ਨਾ ਕੋਈ ਨਵਾਂ ਰੱਬ ਆਪਾਂ ਲੱਭਦੇ ਹੀ ਹਾਂ, ਕੋਈ ਨਾ ਕੋਈ ਨਵਾਂ ਸ਼ਖਸੀਅਤ ਲੱਭਦੇ ਹਾਂ ਵੀ ਸਾਡੇ ਨਾਲ ਮੋਹਰੇ ਲੱਗੇ ਤੇ ਅਸੀਂ ਪਿੱਛੇ ਲੱਗੀਏ। ਸ਼ੇਖ ਹਸਨ ਦੀ ਹਰ ਗ੍ਰਿਫਤਾਰੀ ਦੇ ਨਾਲ ਵਾਰਦਾਤਾਂ ਵੱਧ ਜਾਂਦੀਆਂ। ਕਿਸੇ ਨੂੰ ਯਕੀਨ ਨਹੀਂ ਸੀ ਕਿ ਯਹੂਦੀ ਫਲਸਤੀਨ ਦੇ ਵਿੱਚੋਂ ਚਲੇ ਜਾਣਗੇ, ਪਰ ਅੱਲਾ ਕਰਾਮਾਤ ਕਰਕੇ ਕੱਢੇਗਾ ਹੀ। PLO ਸਿਆਸੀ ਜਥੇਬੰਦੀ ਸੀ ਜੋ ਇਸ ਦੇ ਨਾਲ ਬੈਠ ਕੇ ਕੋਈ ਰਸਤਾ ਨਿਕਲ ਸਕਦਾ ਹੈ, ਪਰ ਹਮਾਸ ਧਾਰਮਿਕ ਇਸਲਾਮਿਕ ਜਥੇਬੰਦੀ ਹੈ। ਇਸ ਦਾ ਕੀ ਇਲਾਜ ਹੈ? ਇੱਕ ਦਿਨ ਮਨੁੱਖੀ ਬੰਬ ਨੇ ਮਾਸੂਮ ਬੱਚਿਆਂ, ਔਰਤਾਂ ਦੀਆਂ ਕਈ ਜਾਨਾਂ ਲੈ ਲਈਆਂ। ਖਬਰ ਸੁਣ ਕੇ ਮੁਸਾਬ ਨੇ ਪੁੱਛਿਆ, ਅਬੂ ਤੁਹਾਨੂੰ ਚੰਗੇ ਲੱਗਦੇ ਨੇ ਇਹ ਕੰਮ? ਅੱਬੂ ਨੇ ਕਿਹਾ, ਮੈਂ ਘਰੋਂ ਬਾਹਰ ਨਿਕਲਿਆ ਤਾਂ ਬਿੱਛੂ ਜਾਂਦਾ ਦੇਖਿਆ। ਮੈਂ ਸੋਚੀ ਪੈ ਗਿਆ, ਇਸ ਨੂੰ ਮਾਰਾਂ ਕਿ ਨਾ ਮਾਰਾਂ। ਮੈਥੋਂ ਮਾਰਿਆ ਨਹੀਂ ਗਿਆ ਤਾਂ ਕਿ ਇਜ਼ਰਾਈਲੀ ਬਿੱਛੂ ਨੇ ਅਬੂ ਖਾਮੋਸ਼ ਬੈਠਾ ਰਿਹਾ। TV ਤੇ ਵੱਡੀ ਖਬਰ ਸੁਣੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਰਾਬਿਨ ਨੂੰ ਕਤਲ ਕਰ ਦਿੱਤਾ। ਫਲਸਤੀਨ ਖੁਸ਼ ਹੋ ਗਏ। ਹਮਾਸ ਐਡਾ ਕਾਰਨਾਮਾ ਵੀ ਕਰ ਸਕਦੀ ਹੈ। ਅਰਾਫਾਤ ਨੇ ਸ਼ੇਖ ਹਸਨ ਨੂੰ ਫੋਨ ਕੀਤਾ। ਸ਼ੇਖ ਹੂ-ਹਾਂ ਕਰਦਾ ਰਿਹਾ ਤੇ ਅਰਾਫਾਤ ਨੇ ਦੱਸਿਆ ਕਿ ਇਹ ਕਾਰਾ ਹਮਾਸ ਨੇ ਨਹੀਂ, ਇੱਕ ਯਹੂਦੀ ਜਵਾਨ ਨੇ ਕੀਤਾ ਹੈ, ਕਿਉਂਕਿ ਇਸ ਕਤਲ ਦੇ ਕਾਰਨ ਸਿਆਸੀ ਨੁਕਸਾਨ ਹੋਇਆ। ਹਮਾਸ ਦੇ ਯੋਧੇ ਦੁਖੀ ਹੋਏ ਕਿ ਬਹਾਦਰਾਂ ਦਾ ਕਾਰਨਾਮਾ ਯਹੂਦੀ ਕਰ ਗਿਆ। ਦੁਨੀਆ ਨੇ ਅਰਾਫਾਤ ਤੇ ਦਬਾਅ ਪਾਇਆ ਕਿ ਖਾੜਕੂਆਂ ਨੂੰ ਕਾਬੂ ਕਰੇ। ਸ਼ੇਖ ਹਸਨ ਨੂੰ ਗ੍ਰਿਫਤਾਰ ਕਰਕੇ ਅਰਾਫਾਤ ਦੀ ਸਪੁਰਦਗੀ ਦੇ ਵਿੱਚ ਉਸਦੇ ਹੀ ਮਹਿਲ ਦੇ ਇੱਕ ਹਿੱਸੇ ਵਿੱਚ ਨਜ਼ਰਬੰਦ ਕਰ ਦਿੱਤਾ। ਹੁਣ ਯਹੂਦੀ ਨਹੀਂ, ਫਲਸਤੀਨੀਆਂ ਨੂੰ ਗ੍ਰਿਫਤਾਰ ਕਰਨਗੇ। ਅਰਾਫਾਤ ਨੇ ਸ਼ੇਖ ਨੂੰ ਸਤਿਕਾਰ ਦੇ ਨਾਲ ਰੱਖਿਆ ਤੇ ਗਾਹੇ ਬਗਾਏ ਸਲਾਹ ਮਸ਼ਵਰਾ ਕਰਨਾ ਆਉਂਦਾ ਜਾਂਦਾ ਰਿਹਾ। ਬਹੁਤ ਗ੍ਰਿਫਤਾਰੀਆਂ ਹੋਈਆਂ। ਭੇਤ ਲੈਣ ਵਾਸਤੇ ਤਸੀਆਂ ਦੇ ਦੌਰਾਨ ਮੌਤਾਂ ਹੋਈਆਂ ਤੇ ਬਹੁਤ ਸਾਰੇ ਖਾੜਕੂ ਅੰਡਰਗਰਾਉਂਡ ਹੋ ਗਏ ਤੇ ਵਾਰਦਾਤਾਂ ਕਰਦੇ ਰਹੇ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ ਤੇ ਇਸ ਤੋਂ ਹੀ ਆਪਾਂ ਕੰਟੀਨਿਊ ਕਰਾਂਗੇ। ਇੱਥੋਂ ਹੀ ਅਗਲਾ ਮੁਸਾਬ ਜਿਹੜਾ ਸੀ ਫਿਰ ਅੱਗੇ ਕੀ ਕੁਝ ਕਰਦਾ ਹੈ, ਤੇ ਅੱਜ ਦਾ ਚੈਪਟਰ ਆਪਾਂ ਇੱਥੇ ਸਮਾਪਤ ਕਰਦੇ ਹਾਂ। ਈਰਾਨ ਤੇ ਈਰਾਨੀ, ਹਰਪਾਲ ਸਿੰਘ ਪੰਨੂ ਜੀ ਦੀ ਕਲਮ, ਹਮਾਸ ਦਾ ਬੇਟਾ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਡੀਓ ਦਾ ਮੰਚ।